ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹੋਟਲਾਂ ਦੇ ਵਿੱਚ ਜਾਂਦੇ ਨੇ, रूम ਦੇ ਵਿੱਚ ਜਾਂਦੇ ਨੇ, ਆਪਣੀ ਪ੍ਰਾਈਵੇਟ ਲਾਈਫ ਜੀਣਾ ਚਾਹੁੰਦੇ ਨੇ ਖੁੱਲ੍ਹ ਕੇ। ਕਈ ਵਾਰੀ ਮਾਪਿਆਂ ਨੂੰ ਵੀ ਪਤਾ ਹੁੰਦਾ ਇਸ ਗੱਲ ਦਾ, ਕਿਉਂਕਿ ਸਮਾਂ ਬਦਲ ਰਿਹਾ ਥੋੜ੍ਹਾ ਜਿਹਾ। ਹਾਲਾਂਕਿ ਸਾਡਾ ਕਲਚਰ ਜਿਹੜਾ ਸੱਭਿਆਚਾਰ ਕੁਝ ਹੋਰ ਸੀਗਾ, ਪਰ ਸਮੇਂ ਦੇ ਮੁਤਾਬਕ ਲੋਕ ਬਦਲ ਵੀ ਰਹੇ ਨੇ। ਤੇ ਕਿੱਦਾਂ ਦੇਖਦੇ ਉਹਨਾਂ 'ਤੇ ਕੀ ਹੱਕ ਨੇ? अगर दो बालग व्यक्ति लड़का और लड़की किसी होटल ਦੇ ਵਿੱਚ ਕਮਰਾ ਲੈਂਦੇ ਆ ਤਾਂ ਉਹ ਬਿਲਕੁਲ ਵੀ ਗੈਰ ਕਾਨੂੰਨੀ ਨਹੀਂ। ਸਰਕਾਰ ਇਸ ਟਾਈਮ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ, ਚਾਹੇ ਉਹ ਅੰਬਾਨੀ ਆ ਚਾਹੇ ਉਹ ਅਡਾਨੀ ਆ। ਸਰਕਾਰ ਅੰਬਾਨੀ ਤੇ ਅਡਾਨੀ ਚਲਾ ਰਿਹਾ ਆ। ਨਰਿੰਦਰ ਮੋਦੀ ਔਰ ਅਮਿਤ ਸ਼ਾਹ ਤਾਂ ਇੱਕ ਕਹਿ ਸਕਦੇ ਉਹਨਾਂ ਦੇ ਮੋਹਰੇ ਆ। ਸੋ ਇਹ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਤਲੇਆਮ ਕੀਤਾ ਗਿਆ। ਲਖੀਮਪੁਰ ਦੀ ਘਟਨਾ ਵੀ ਹੋਈ ਹੈ। ਮੋਦੀ ਸਾਹਿਬ ਜਿਹੜੇ ਨੇ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਮੌਤਾਂ ਵੀ ਜਿਹੜੀਆਂ ਲਖੀਮਪੁਰ ਦੇ ਵਿੱਚ ਹੋਈਆਂ, ਜ਼ਖਮੀ ਵੀ ਬਹੁਤ ਸਾਰੇ ਲੋਕ ਹੋਏ, ਤੇ ਮੋਦੀ ਸਾਹਿਬ ਉਹਦੇ ਤੇ ਪੂਰੀ ਤੌਰ ਤੇ ਉੱਤੇ ਚੁੱਪ ਦਿਖਾਈ ਦੇ ਰਹੇ। ਔਰ ਮੈਂ ਖੁਦ ਮੇਰਾ ਉਹਦੇ ਉੱਤੇ ਇਹ ਵਿਚਾਰ ਆ ਵੀ ਮੈਂ ਉਹਨੂੰ ਨਰਸੰਹਾਰ ਸਮਝਦਾ। ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਿਆ ਹੋਊਗਾ ਕਿ FIR ਵੀ ਹੋਈ ਆ ਅਮਿਤ ਮਿਸ਼ਰਾ ਦੇ ਉੱਤੇ। ਆਪਣੀ ਥਾਰ ਜੀਪ ਦੇ ਵਿੱਚ ਖੱਬੇ ਪਾਸੇ ਬੈਠ ਕੇ ਗੋਲੀਆਂ ਚਲਾਉਂਦੇ ਹੋਏ ਉਹਨੇ ਜਿਹੜੀ ਆ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਦੇ ਉੱਤੇ ਗੱਡੀ ਚੜ੍ਹਾ। ਮੀਡੀਆ ਦਾ ਇੱਕ ਹਿੱਸਾ, ਖਾਸ ਕਰਕੇ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਲਖੀਮਪੁਰ ਘਟਨਾ ਜਾਂ ਹਿੰਸਾ ਕਿਹਾ ਜਾ ਰਿਹਾ। ਸ਼ਬਦ ਪਾਰਟੀਕੂਲਰ ਉਹਨਾਂ ਨੇ ਬਹੁਤ ਵਾਰੀ ਰਿਪੀਟ ਕੀਤਾ, ਹਿੰਸਾ ਹੁੰਦੀ। ਦੋ ਧੜਿਆਂ ਦੇ ਵਿੱਚ ਲੜਾਈ ਹੋ ਗਈ ਤਾਂ ਉਹਨੂੰ ਹਿੰਸਾ ਕਿਹਾ ਜਾਂਦਾ। ਪਰ ਜਦੋਂ ਗੱਡੀ ਇੱਕ ਜਿਹੜੇ ਸ਼ਾਂਤਮਈ ਰੋਸ ਕਰ ਰਹੇ ਸੀ, ਕਾਲੀਆਂ ਝੰਡੀਆਂ ਦਿਖਾ ਰਹੇ ਸੀ, ਦਿਖਾਈ ਵੀ ਦੇ ਰਿਹਾ ਵੀਡੀਓ ਦੇ ਵਿੱਚ ਵੀ ਆਰਾਮ ਦੇ ਨਾਲ ਕਿਸਾਨ ਕਾਲੀਆਂ ਝੰਡੀਆਂ ਫੜ ਕੇ ਖੜੇ ਸੀ। ਪਿੱਛੋਂ ਦੋ ਗੱਡੀਆਂ ਆਉਂਦੀਆਂ ਨੇ, ਇੱਕ ਥਾਰ ਤੇ ਪਿੱਛੇ ਹੋਰ ਗੱਡੀ ਸੀ, ਉਹਨਾਂ ਨੂੰ ਰੌਂਦਿਆਂ ਚਲੇ ਜਾਂਦੇ ਆ। ਯਾਨੀ ਕਿ ਕਤਲ ਕਰਨ ਦਾ ਪਹਿਲਾਂ ਤੋਂ ਹੀ ਪਲਾਨ ਕਰਕੇ ਹੀ ਗੱਡੀ ਉੱਤੇ ਚੜਾਈ ਗਈ ਹੈ। ਕਿਉਂਕਿ ਜੇ ਡਰਾਉਣਾ ਹੁੰਦਾ ਤਾਂ ਪਿੱਛੇ ਆ ਕੇ ਹੌਰਨ ਮਾਰਦੇ ਜਾਂ ਸਾਈਡ ਮਾਰ ਦਿੰਦੇ ਜਾਂ ਬਾਹਰ ਨਿਕਲ ਕੇ ਕੋਈ ਗਾਲੀ ਗਲੋਚ ਹੋ ਜਾਂਦਾ। ਉਹ ਮੇਰੇ ਜੋ ਆਪਣੇ ਨਿੱਜੀ ਵਿਚਾਰ ਆ, ਮੈਂ ਤਾਂ ਇਹਨੂੰ ਕਤਲੇਆਮ ਹੀ ਕਹਾਂ। ਕਿਉਂਕਿ BJP ਜਿੱਥੇ BJP ਦੀ ਸਰਕਾਰ ਆ, ਚਾਹੇ ਉਹ ਕੇਂਦਰ ਜਾਂ ਚਾਹੇ ਕਿਸੇ ਰਾਜ ਵਿੱਚ ਆ, ਉਹ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਪਾਗਲ ਹੋਏ ਪਏ। ਅੱਜ ਤੱਕ ਤੁਸੀਂ ਦੇਖੋਗੇ ਕਿੰਨੇ ਦਿਨ ਹੋ ਗਏ ਆ ਉਹ ਕਤਲੇਆਮ ਹੋਏ ਨੂੰ। ਕਿਸੇ ਵੀ BJP ਦੇ ਲੀਡਰ ਔਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਉੱਥੇ ਜਾਣਾ ਉਚਿਤ ਨਹੀਂ ਸਮਝਿਆ। ਨੂੰ ਲਗਾਤਾਰ ਗੱਲਬਾਤ ਕਰਨ ਦੇ ਲਈ ਵੀ ਸੱਦੇ ਸੁਨੇਹੇ ਜਿਹੜੇ ਨੇ ਉਡੀਕ ਵੀ ਕੀਤੀ ਜਾ ਰਹੀ ਹੈ, ਇੱਧਰੋਂ ਵੀ ਸੁਨੇਹੇ ਭੇਜੇ ਜਾ ਰਹੇ ਆ। ਪਰ ਉਹਨਾਂ ਨੂੰ ਵੱਖਵਾਦੀ, ਖਾਲਿਸਤਾਨੀ, ਅੱਤਵਾਦੀ, ਅਸਮਾਜਿਕ ਤੱਤ ਕਿਹਾ ਜਾਂਦਾ ਹੈ। ਤੇ ਜਿਹੜਾ ਗੱਡੀ ਚੜਾਉਂਦਾ ਹੈ ਉਹਦੇ ਲਈ ਮੀਡੀਆ ਦੇ ਇੱਕ ਵੱਡੇ ਹਿੱਸੇ ਦੇ ਵਿੱਚ, ਨੈਸ਼ਨਲ ਮੀਡੀਆ ਤੇ ਫਿਰ ਮੈਂ ਚਲਾ ਜਾਵਾਂ ਤਾਂ ਉਹਦੇ ਲਈ ਬੜੇ ਸਨਮਾਨਿਤ ਸ਼ਬਦ ਜੀ ਜਾਂ ਕੁਛ ਇਸ ਤਰ੍ਹਾਂ ਕਿਹਾ ਜਾਂਦਾ ਕਿ ਜਿਵੇਂ ਕੋਈ ਬੜੀ ਕੋਈ ਸਨਮਾਨਿਤ ਹਸਤੀ ਹੁੰਦੀ ਹੈ। ਦੇਖੋ, ਜਿਹੜਾ ਇਹ ਵਾਰ-ਵਾਰ ਲਫ਼ਜ਼ ਵਰਤ ਰਹੇ ਆ, ਕੋਈ ਖਾਲਿਸਤਾਨੀ, ਕੋਈ ਅੱਤਵਾਦੀ, ਇਹ ਇਹਨਾਂ ਦੀ ਇੱਕ ਸੌੜੀ ਮਾਨਸਿਕਤਾ ਨੂੰ ਦਰਸਾਉਂਦਾ। ਇਹ ਬਹੁਤ ਦੇਰ ਪੁਰਾਣੀ ਗੱਲ ਆ ਵੀ BJP ਨੂੰ ਕਿਹਾ ਹੀ ਇੱਕ ਸੰਪਰਦਾਇਕ ਪਾਰਟੀ ਜਾਂਦੀ ਸੀ। ਉਹ ਅੱਜ ਇਹਨਾਂ ਨੇ ਸਿੱਧ ਕਰ ਦਿੱਤਾ ਵੀ ਅਸੀਂ ਇੱਕ ਸੰਪਰਦਾਇਕ ਖਾਸ ਸਮੁਦਾਇ ਦੀ ਪਾਰਟੀ। ਔਰ ਇਹਨਾਂ ਗੱਲਾਂ ਕਰਕੇ ਹੀ ਉਹ ਕਿਸਾਨਾਂ ਨੂੰ ਜਿਹੜਾ ਆ ਉਹਨਾਂ ਨਾਲ ਧੱਕਾ ਕਰ ਰਹੇ ਆ। ਅੱਜ ਨਹੀਂ ਤੇ ਕੱਲ੍ਹ ਇਹਨਾਂ ਨੂੰ ਗੋਡੇ ਲਾਉਣੇ ਪੈਣੇ ਆ, ਗੋਡੇ ਟੇਕਣੇ ਪੈਣੇ ਆ। ਇਸ ਚੀਜ਼ ਦਾ ਹੋਰ ਕੋਈ ਹੱਲ ਨਹੀਂ। ਸੰਵਿਧਾਨ ਦੇ ਵਿੱਚ ਸਪੈਸ਼ਲੀ ਖਾਸ ਕਰਕੇ ਇਸ ਚੀਜ਼ ਦੇ ਲਈ ਇੱਕ ਪ੍ਰੋਵੀਜ਼ਨ ਦਿੱਤੀ ਗਈ ਹੈ। ਆਰਟੀਕਲ ਸੈਕਸ਼ਨ 19 ਕਲੌਜ਼ 1 ਸਬ ਕਲੌਜ਼ ਉਹਦੀ D ਆ, ਜਿਹਦੇ ਵਿੱਚ ਇਹ ਖਾਸ ਤੌਰ ਤੇ ਲਿਖਿਆ ਗਿਆ ਹੈ ਵੀ ਅਸੀਂ ਅਗਰ ਬਾਲਗ ਹਾਂ ਤਾਂ ਅਸੀਂ ਪੂਰੇ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਫ੍ਰੀਲੀ ਘੁੰਮ ਫਿਰ ਸਕਦੇ। ਪਰ ਉੱਥੇ ਰੇਡ ਹੋ ਜਾਂਦੀ ਹੈ। ਰੇਡ ਜਿਹੜੀ ਆ ਉਹਦਾ ਜੀਵਨ ਸਾਥੀ ਨਾਲ ਲੈ ਕੇ ਆਉਂਦਾ, ਕੁਝ ਮੋਹਤਵਾਰ ਬੰਦੇ ਤੇ ਨਾਲ ਪੁਲਿਸ। ਉਸ ਤੋਂ ਬਾਅਦ ਉਹਦੀ ਵੀ ਵੀਡੀਓ ਬਣ ਕੇ ਵਾਇਰਲ ਹੋ ਜਾਂਦੀ। ਉਹਦੇ ਕੀ ਹੱਕ ਨੇ? ਇੱਕ ਵਿਆਹੁਤਾ ਔਰਤ ਦੇ ਜਾਂ ਵਿਆਹੁਤਾ ਮਰਦ ਜੇ ਬਾਹਰ ਸੰਬੰਧ ਰੱਖਦਾ। ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਇੱਕ ਜੱਜਮੈਂਟ ਦੇ ਵਿੱਚ ਇਹ ਸਾਫ਼-ਸਾਫ਼ ਕਹੀ ਸੀ ਵੀ ਅਗਰ ਅਸੀਂ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਹਾਂ ਤਾਂ ਕੋਈ ਗੁਨਾਹ ਨਹੀਂ। ਡਾਕ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਗੋਬਿੰਦਜੀਤ ਸਿੰਘ, ਤੁਹਾਡਾ ਸਵਾਗਤ ਕਰਦਾ ਇੱਕ ਵਾਰੀ ਫਿਰ ਤੋਂ। ਬਹੁਤ ਸਾਰੇ ਦਰਸ਼ਕਾਂ ਦੇ ਮੈਸੇजेस ਆ ਰਹੇ ਸੀ, ਸੁਨੇਹੇ ਆ ਰਹੇ ਸੀ ਕਿ ਕੁਝ ਕਾਨੂੰਨਾਂ ਬਾਰੇ ਜਿਹੜੀ ਹੈ ਕਿਸੇ ਸੀਨੀਅਰ ਵਕੀਲ ਦੇ ਨਾਲ ਜ਼ਰੂਰ ਗੱਲਬਾਤ ਕਰੋ। ਬਹੁਤ ਸਾਰੇ ਸਵਾਲਾਤ ਜਿਹੜੇ ਸੀ ਉਹ ਸਾਨੂੰ ਦਰਸ਼ਕਾਂ ਨੇ ਮੈਸੇजेस ਰਾਹੀਂ ਭੇਜੇ ਸੀ, ਸੰਪਰਕ ਕੀਤਾ ਸੀ। ਸੋ ਉਹ ਸਾਰੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਤੇ ਥੋੜ੍ਹਾ ਜਿਹਾ
ਅਸੀਂ ਗੱਲਬਾਤ ਕਰਾਂਗੇ ਪੰਜਾਬ ਤੇ ਦੇਸ਼ ਦੇ ਮਾਹੌਲ ਬਾਰੇ। ਅੱਜ ਸਾਡੇ ਨਾਲ ਮੌਜੂਦ ਨੇ ਪ੍ਰਸਿੱਧ ਸਮਾਜ ਸੇਵਕ ਅਤੇ ਉੱਘੇ ਨਾਮਵਰ ਸੀਨੀਅਰ ਵਕੀਲ ਸ਼ਮਸ਼ੇਰ ਸਿੰਘ ਭਾਰਦਵਾਜ। ਭਾਰਦਵਾਜ, ਤੁਹਾਡਾ ਡਾਕ ਟੈਲੀਵਿਜ਼ਨ ਤੇ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਲਈ ਸਮਾਂ ਕੱਢਿਆ ਜੀ। ਪਹਿਲਾਂ ਸਰ ਗੱਲਬਾਤ ਕਰਦੇ ਹਾਂ, ਪੰਜਾਬ ਦੇ ਵਿੱਚ ਜਿਹੜਾ ਮਾਹੌਲ ਦੇਸ਼ ਦੇ ਵਿੱਚ ਪੱਕਿਆ ਹੋਇਆ ਹੈ, ਲਖੀਮਪੁਰ ਦੀ ਘਟਨਾ ਵੀ ਹੋਈ ਹੈ। ਮੋਦੀ ਸਾਹਿਬ ਜਿਹੜੇ ਨੇ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਮੌਤਾਂ ਵੀ ਜਿਹੜੀਆਂ ਲਖੀਮਪੁਰ ਦੇ ਵਿੱਚ ਹੋਈਆਂ, ਜ਼ਖਮੀ ਵੀ ਬਹੁਤ ਸਾਰੇ ਲੋਕ ਹੋਏ, ਤੇ ਮੋਦੀ ਸਾਹਿਬ ਉਹਦੇ ਤੇ ਪੂਰੀ ਤੌਰ ਤੇ ਉੱਤੇ ਚੁੱਪ ਦਿਖਾਈ ਦੇ ਰਹੇ ਨੇ। ਕਿੱਦਾਂ ਦੇਖਦੇ ਹੋ, ਇੱਕ ਵਕੀਲ ਦੇ ਤੌਰ ਤੇ ਵੀ ਤੇ ਇੱਕ ਆਮ ਇਨਸਾਨ ਦੇ ਤੌਰ ਤੇ ਵੀ? ਦੇਖੋ ਜੀ, ਜੋ ਲਖੀਮਪੁਰ ਦੀ ਘਟਨਾ ਹੋਈ ਆ ਉਹਨੂੰ ਪੂਰੇ ਵਿਸ਼ਵ ਪੱਧਰ ਦੇ ਉੱਤੇ ਉਹਦੀ ਨਿੰਦਾ ਹੋਈ ਹੈ ਬਹੁਤ ਸਖਤ ਸ਼ਬਦਾਂ ਦੇ ਵਿੱਚ। ਹਰ ਇੱਕ ਵਿਅਕਤੀ ਨੇ, ਚਾਹੇ ਉਹ ਸਮਾਜਿਕ ਆ ਚਾਹੇ ਉਹ ਰਾਜਨੀਤਿਕ ਆ, ਹਰ ਇੱਕ ਨੇ ਉਹਦੀ ਜਿਹੜੀ ਬਹੁਤ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਆ। ਔਰ ਮੈਂ ਖੁਦ ਮੇਰਾ ਉਹਦੇ ਉੱਤੇ ਇਹ ਵਿਚਾਰ ਆ ਵੀ ਮੈਂ ਉਹਨੂੰ ਨਰਸੰਹਾਰ ਸਮਝਦਾ। ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਿਆ ਹੋਊਗਾ ਕਿ FIR ਵੀ ਹੋਈ ਆ ਅਮਿਤ ਮਿਸ਼ਰਾ ਦੇ ਉੱਤੇ। FIR ਨੰਬਰ ਸ਼ਾਇਦ 219 ਨੰਬਰ ਆ। FIR ਮੈਂ ਥੋੜ੍ਹੀ ਪੜ੍ਹੀ ਸੀ ਬਰੀਫਲੀ, ਉਹਦੇ ਵਿੱਚ ਲਿਖਿਆ ਆ ਵੀ ਆਪਣੀ ਥਾਰ ਜੀਪ ਦੇ ਵਿੱਚ ਖੱਬੇ ਪਾਸੇ ਬੈਠ ਕੇ ਗੋਲੀਆਂ ਚਲਾਉਂਦੇ ਹੋਏ ਉਹਨੇ ਜਿਹੜੀ ਆ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਦੇ ਉੱਤੇ ਗੱਡੀ ਚੜ੍ਹਾਤੀ। ਸੋ ਇਹ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਤਲੇਆਮ ਕੀਤਾ ਗਿਆ। ਤੁਸੀਂ ਸ਼ਬਦ ਬਹੁਤ ਸਹੀ ਮੇਰੇ ਖਿਆਲ ਵਰਤਿਆ, ਕਤਲੇਆਮ ਕੀਤਾ ਗਿਆ, ਔਰ ਕਤਲੇਆਮ ਹੀ ਸੀਗਾ। ਪਰ ਮੀਡੀਆ ਦਾ ਇੱਕ ਹਿੱਸਾ, ਖਾਸ ਕਰਕੇ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਲਖੀਮਪੁਰ ਘਟਨਾ ਜਾਂ ਹਿੰਸਾ ਕਿਹਾ ਜਾ ਰਿਹਾ। ਸ਼ਬਦ ਪਰਟੀਕੂਲਰ ਉਹਨਾਂ ਨੇ ਬਹੁਤ ਵਾਰੀ ਰਿਪੀਟ ਕੀਤਾ, ਹਿੰਸਾ ਹੁੰਦੀ, ਦੋ ਧੜਿਆਂ ਦੇ ਵਿੱਚ ਲੜਾਈ ਹੋ ਗਈ ਤਾਂ ਉਹਨੂੰ ਹਿੰਸਾ ਕਿਹਾ ਜਾਂਦਾ। ਪਰ ਜਦੋਂ ਗੱਡੀ ਇੱਕ ਜਿਹੜੇ ਸ਼ਾਂਤਮਈ ਰੋਸ ਕਰ ਰਹੇ ਸੀ, ਕਾਲੀਆਂ ਝੰਡੀਆਂ ਦਿਖਾ ਰਹੇ ਸੀ, ਦਿਖਾਈ ਵੀ ਦੇ ਰਿਹਾ ਵੀਡੀਓ ਦੇ ਵਿੱਚ ਵੀ ਆਰਾਮ ਦੇ ਨਾਲ ਕਿਸਾਨ ਕਾਲੀਆਂ ਝੰਡੀਆਂ ਫੜ ਕੇ ਖੜੇ ਸੀ। ਪਿੱਛੋਂ ਦੋ ਗੱਡੀਆਂ ਆਉਂਦੀਆਂ ਨੇ, ਇੱਕ ਥਾਰ ਤੇ ਪਿੱਛੇ ਹੋਰ ਗੱਡੀ ਸੀ, ਉਹਨਾਂ ਨੂੰ ਰੌਂਦਿਆਂ ਚਲੇ ਜਾਂਦੇ ਆ। ਯਾਨੀ ਕਿ ਕਤਲ ਕਰਨ ਦਾ ਪਹਿਲਾਂ ਤੋਂ ਹੀ ਪਲਾਨ ਕਰਕੇ ਹੀ ਗੱਡੀ ਉੱਤੇ ਚੜਾਈ ਗਈ ਹੈ। ਕਿਉਂਕਿ ਜੇ ਡਰਾਉਣਾ ਹੁੰਦਾ ਤਾਂ ਪਿੱਛੇ ਆ ਕੇ ਹੌਰਨ ਮਾਰਦੇ ਜਾਂ ਸਾਈਡ ਮਾਰ ਦਿੰਦੇ ਜਾਂ ਬਾਹਰ ਨਿਕਲ ਕੇ ਕੋਈ ਗਾਲੀ ਗਲੋਚ ਹੋ ਜਾਂਦਾ। ਹਿੰਸਾ ਸ਼ਬਦ ਸਹੀ ਮੰਨਦੇ ਹੋ ਜਾਂ ਕਤਲ ਸ਼ਬਦ ਸਹੀ ਮੰਨਦੇ ਹੋ? ਦੇਖੋ, ਮੇਰੇ ਜੋ ਆਪਣੇ ਨਿੱਜੀ ਵਿਚਾਰ ਆ, ਮੈਂ ਤਾਂ ਇਹਨੂੰ ਕਤਲੇਆਮ ਹੀ ਕਹਾਂਗਾ। ਕਿਉਂਕਿ BJP ਜਿੱਥੇ ਜਿੱਥੇ BJP ਦੀ ਸਰਕਾਰ ਆ, ਚਾਹੇ ਉਹ ਕੇਂਦਰ ਜਾਂ ਚਾਹੇ ਕਿਸੇ ਰਾਜ ਵਿੱਚ ਆ, ਉਹ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਪਾਗਲ ਹੋਏ ਫਿਰਦੇ ਆ ਇਸ ਵੇਲੇ। ਪਾਗਲ ਸ਼ਬਦ ਮੈਂ ਇਸ ਕਰਕੇ ਵਰਤ ਰਿਹਾ ਵੀ ਅੱਜ ਤੱਕ ਤੁਸੀਂ ਦੇਖੋਗੇ ਕਿੰਨੇ ਦਿਨ ਹੋ ਗਏ ਆ ਉਹ ਕਤਲੇਆਮ ਹੋਏ ਨੂੰ। ਕਿਸੇ ਵੀ BJP ਦੇ ਲੀਡਰ ਔਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਉੱਥੇ ਜਾਣਾ ਉਚਿਤ ਨਹੀਂ ਸਮਝਿਆ ਹਾਲੇ ਤੱਕ। ਭਾਰਦਵਾਜ ਸਾਹਿਬ, ਕਿੱਦਾਂ ਦੇਖਦੇ ਹੋ ਦਿੱਲੀ ਦੇ ਵਿੱਚ ਕਿਸਾਨ ਆਪਣੀ ਹੱਕੀ ਮੰਗਾਂ ਨੂੰ, ਜਿਹੜੀਆਂ ਕਿ ਉਹਨਾਂ ਦਾ ਕਾਨੂੰਨੀ ਹੱਕ ਹੈ, ਲੋਕਤੰਤਰਿਕ ਤਰੀਕੇ ਦੇ ਨਾਲ, ਬੜੇ ਸ਼ਾਂਤੀ ਦੇ ਨਾਲ, ਬੜਾ ਵੱਡੀ ਗੱਲ ਹੈ ਕਿ ਇੰਨੀ ਦੇਰ ਸ਼ਾਂਤੀ ਬਣਾ ਕੇ ਅੰਦੋਲਨ ਕਰ ਰਹੇ ਨੇ, ਮੰਗਾਂ ਮੰਨ ਰਹੇ ਨੇ, ਸਰਕਾਰ ਨੂੰ ਲਗਾਤਾਰ ਗੱਲਬਾਤ ਕਰਨ ਦੇ ਲਈ ਵੀ ਸੱਦੇ ਸੁਨੇਹੇ ਜਿਹੜੇ ਨੇ ਉਡੀਕ ਵੀ ਕੀਤੀ ਜਾ ਰਹੀ ਹੈ, ਇੱਧਰੋਂ ਵੀ ਸੁਨੇਹੇ ਭੇਜੇ ਜਾ ਰਹੇ ਆ। ਪਰ ਉਹਨਾਂ ਨੂੰ ਵੱਖਵਾਦੀ, ਖਾਲਿਸਤਾਨੀ, ਅੱਤਵਾਦੀ, ਅਸਮਾਜਿਕ ਤੱਤ ਕਿਹਾ ਜਾਂਦਾ ਹੈ। ਅਤੇ ਜਿਹੜਾ ਗੱਡੀ ਚੜ੍ਹਾਉਂਦਾ ਹੈ ਉਹਦੇ ਲਈ ਮੀਡੀਆ ਦੇ ਇੱਕ ਵੱਡੇ ਹਿੱਸੇ ਦੇ ਵਿੱਚ, ਨੈਸ਼ਨਲ ਮੀਡੀਆ 'ਤੇ ਫਿਰ ਮੈਂ ਚਲਾ ਜਾਵਾਂ ਤਾਂ ਉਹਦੇ ਲਈ ਬੜੇ ਸਨਮਾਨਿਤ ਸ਼ਬਦ ਜੀ ਜਾਂ ਕੁਛ ਇਸ ਤਰ੍ਹਾਂ ਕਿਹਾ ਜਾਂਦਾ ਕਿ ਜਿਵੇਂ ਕੋਈ ਬੜੀ ਕੋਈ ਸਨਮਾਨਿਤ ਹਸਤੀ ਹੁੰਦੀ ਹੈ। ਦੇਖੋ, ਮੀਡੀਆ ਨੂੰ ਸਾਡੇ ਸਮਾਜ ਦੇ ਵਿੱਚ ਚੌਥਾ ਸਤੰਭ ਗਿਣਿਆ ਜਾਂਦਾ। ਪਰ ਮੈਨੂੰ ਬੜੀ ਕਹਿ ਸਕਦੇ ਵੀ ਮਹਿਸੂਸ ਹੁੰਦਾ ਇਸ ਸਮੇਂ ਬੋਲਦੇ ਹੋਏ ਵੀ ਮੀਡੀਆ ਇਸ ਵੇਲੇ ਜਿਹੜਾ ਖਾਸ ਕਰਕੇ ਨੈਸ਼ਨਲ ਮੀਡੀਆ ਪੂਰੀ ਤਰ੍ਹਾਂ ਨਾਲ ਵਿਕਾਊ ਔਰ ਇੱਕ ਗੋਦੀ ਮੀਡੀਆ ਪਿਛਲੇ ਕੁਝ ਸਮੇਂ ਤੋਂ ਲਫ਼ਜ਼ ਪ੍ਰਚਾਰਿਤ ਹੋ ਰਿਹਾ ਬਹੁਤ, ਔਰ ਬਿਲਕੁਲ ਸਹੀ ਹੈ। ਉਹਨਾਂ ਨੇ ਸਿਰਫ ਉਹੀ ਦਿਖਾਲਣਾ, ਉਹੀ ਬੋਲਣਾ, ਉਹੀ ਕਹਿਣਾ ਜੋ ਉਹਨਾਂ ਨੂੰ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਹੁਕਮ ਹੁੰਦਾ। ਉਸ ਤੋਂ ਬਾਅਦ ਉਹ ਨਾ ਜਾ ਰਹੇ ਆ, ਨਾ ਉਹਨਾਂ ਨੇ ਜਾਣਾ। ਔਰ ਇਹ ਅੱਜ ਦੇ ਸਮੇਂ ਦੇ ਵਿੱਚ ਮੈਂ ਸਮਝਦਾ ਵੀ ਮੀਡੀਆ ਦੇ ਲਈ ਬਹੁਤ ਸ਼ਰਮਨਾਕ ਯੁੱਗ ਚੱਲ ਰਿਹਾ ਵੀ ਜੋ ਨੈਸ਼ਨਲ ਮੀਡੀਆ ਖਾਸ ਕਰਕੇ ਜੋ ਕਰ ਰਿਹਾ। ਭਾਰਦਵਾਜ ਸਾਹਿਬ, ਕਿਹਾ ਜਾ ਰਿਹਾ ਕਿ ਅਸਮਾਜਿਕ ਤੱਤਵ ਨੇ, ਸ਼ਰਾਰਤੀ ਨੇ, ਖਾਲਿਸਤਾਨੀ ਨੇ, ਅੱਤਵਾਦੀ ਨੇ, ਇਹ ਕਾਂਗਰਸੀ ਨੇ, ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਜਿਹੜੇ ਹੇਠਲੇ ਤੋਂ ਹੇਠਲੇ ਪੱਧਰ 'ਤੇ ਵਰਤੇ ਗਏ। ਪਰ ਬਹੁਤ ਥਾਵਾਂ ਤੋਂ, ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਤੋਂ ਵਕੀਲਾਂ ਨੇ, ਕਈ ਥਾਵਾਂ ਦੀਆਂ ਬਾਰ ਐਸੋਸੀਏਸ਼ਨਾਂ ਨੇ ਸਮਰਥਨ ਦਿੱਤਾ ਇਹਨਾਂ ਜਿਹੜੇ ਕਾਨੂੰਨਾਂ ਨੂੰ। ਅਤੇ ਨਾਲ ਇਹ ਵੀ ਕਿਹਾ ਗਿਆ ਕਿ ਇਹਨਾਂ ਕਿਸਾਨਾਂ ਨੂੰ ਇਹ ਕਾਨੂੰਨ ਸਮਝ ਨਹੀਂ ਆ ਰਿਹਾ, ਇਹਨਾਂ ਨੂੰ ਇਹਦਾ ਫਾਇਦੇ ਨਹੀਂ ਪਤਾ। ਕੀ ਮੰਨ ਲਿਆ ਜਾਵੇ ਕਿ ਜਿਹੜੇ ਪੜ੍ਹੇ ਲਿਖੇ ਵਕੀਲ ਨੇ, ਸੀਨੀਅਰ ਵਕੀਲ ਨੇ, ਤੁਹਾਡੇ ਵਾਂਗੂ ਜਿਹੜੇ ਸਮਰਥਨ ਤੁਸੀਂ ਵੀ ਦਿੱਤਾ ਸੀਗਾ ਕਿਸਾਨਾਂ ਨੂੰ, ਇੱਥੇ ਟੋਲ ਪਲਾਜ਼ਾ 'ਤੇ ਲਗਾਤਾਰ ਜਾਂਦੇ ਰਹੇ ਹੋ ਤੁਸੀਂ, ਤਾਂ ਕੀ ਮੰਨੀਏ ਕਿਸਾਨਾਂ ਨੂੰ ਵੀ ਉਹ ਬਿੱਲ ਸਮਝ ਨਹੀਂ ਆਉਂਦੇ ਜਾਂ ਉਹ ਗੱਲ ਸਮਝਾ ਹੀ ਨਹੀਂ ਪਾ ਰਹੇ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਇਹਨਾਂ ਨੂੰ ਬਿੱਲ ਨਹੀਂ ਸਮਝ ਆ ਰਹੇ? ਦੇਖੋ, ਜਿਹੜਾ ਇਹ ਵਾਰ-ਵਾਰ ਲਫ਼ਜ਼ ਵਰਤ ਰਹੇ ਆ, ਕੋਈ ਖਾਲਿਸਤਾਨੀ, ਕੋਈ ਅੱਤਵਾਦੀ, ਇਹ ਇਹਨਾਂ ਦੀ ਇੱਕ ਸੌੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਹ ਬਹੁਤ ਦੇਰ ਪੁਰਾਣੀ ਗੱਲ ਆ ਵੀ BJP ਨੂੰ ਕਿਹਾ ਹੀ ਇੱਕ ਸੰਪਰਦਾਇਕ ਪਾਰਟੀ ਜਾਂਦਾ ਸੀ। ਉਹ ਅੱਜ ਇਹਨਾਂ ਨੇ ਸਿੱਧ ਕਰ ਦਿੱਤਾ ਵੀ ਅਸੀਂ ਇੱਕ ਸੰਪਰਦਾਇਕ ਖਾਸ ਸਮੁਦਾਇ ਦੀ ਪਾਰਟੀ ਹਾਂ। ਔਰ ਇਹਨਾਂ ਗੱਲਾਂ ਕਰਕੇ ਹੀ ਉਹ ਕਿਸਾਨਾਂ ਨੂੰ ਜਿਹੜਾ ਆ ਉਹਨਾਂ ਨਾਲ ਧੱਕਾ ਕਰ ਰਹੇ ਆ। ਅੱਜ ਨਹੀਂ ਤੇ ਕੱਲ੍ਹ ਇਹਨਾਂ ਨੂੰ ਗੋਡੇ ਲਾਉਣੇ ਪੈਣੇ ਆ, ਗੋਡੇ ਟੇਕਣੇ ਪੈਣੇ ਆ। ਇਸ ਚੀਜ਼ ਦਾ ਹੋਰ ਕੋਈ ਹੱਲ ਨਹੀਂ। ਕਾਨੂੰਨ
ਇਹਨਾਂ ਨੇ ਪਾਸ ਨਹੀਂ ਕੀਤੇ, ਇਹਨਾਂ ਨੇ ਕਿਸਾਨਾਂ ਦੇ ਉੱਤੇ ਥੋਪੇ ਆ। ਵੱਡੀ ਗੱਲ ਹੈ ਭਾਰਦਵਾਜ ਸਾਹਿਬ ਵੀ ਜਿਹੜੇ ਲੋਕ ਉਹ ਕਾਨੂੰਨ ਐਕਸੈਪਟ ਹੀ ਨਹੀਂ ਕਰਨਾ ਚਾਹੁੰਦੇ, ਨਾ ਉਹਨਾਂ ਦੀ ਮੰਗ ਸੀ, ਜਾਂ ਤਾਂ ਇਹ ਕਿਹਾ ਜਾਵੇ ਕਿ ਇਹਨਾਂ ਨੇ ਪਹਿਲਾਂ ਮੰਗੇ ਸੀਗੇ ਹੁਣ ਅਸੀਂ ਦੇ ਰਹੇ ਹਾਂ ਤੇ ਲੈ ਨਹੀਂ ਰਹੇ। ਦੂਜੇ ਪਾਸੇ ਜੇ ਹੇਠਲੇ ਪੱਧਰ ਦੀ ਗੱਲ ਕਰੀਏ, ਲੋਕ ਰੁਜ਼ਗਾਰ ਮੰਗ ਰਹੇ ਨੇ, ਵਪਾਰੀ ਵਰਗ ਦੁਖੀ ਆ, ਹਰ ਵਰਗ ਦੁਖੀ ਆ, ਬੇਰੁਜ਼ਗਾਰੀ ਦਿਨੋਂ ਦਿਨ ਵੱਧਦੀ ਜਾ ਰਹੀ ਆ, ਲੋਕ ਗਰੀਬੀ ਦਾ ਸ਼ਿਕਾਰ ਹੋਣ ਲੱਗ ਗਏ। ਮਿਡਲ ਕਲਾਸ ਜਿਹੜਾ ਬੰਦਾ ਆ, ਪਹਿਲਾਂ GST ਫਿਰ ਨੋਟਬੰਦੀ, ਹੁਣ ਕਰੋਨਾ ਕਾਲ ਆਇਆ, ਲੋਕ ਹਿੱਲੇ ਪਏ ਨੇ। ਉਹਨਾਂ ਦੇ ਲਈ ਕੋਈ ਸਕੀਮਾਂ, ਕੋਈ ਨੀਤੀਆਂ ਬਣਾਉਣ ਦੀ ਥਾਂ ਧੱਕੇ ਨਾਲ ਕਿਸਾਨਾਂ 'ਤੇ ਕਾਨੂੰਨ ਥੋਪਣਾ ਕਿੱਦਾਂ ਦੇਖਦੇ ਹੋ? ਕੀ ਮਨਸ਼ਾ ਲੱਗਦੀ ਹੈ ਸਰਕਾਰ ਦੀ? ਸਰਕਾਰ ਇਸ ਟਾਈਮ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਆ, ਚਾਹੇ ਉਹ ਅੰਬਾਨੀ ਆ, ਚਾਹੇ ਉਹ ਅਡਾਨੀ ਆ। ਸਰਕਾਰ ਅੰਬਾਨੀ ਤੇ ਅਡਾਨੀ ਚਲਾ ਰਹੇ ਆ। ਨਰਿੰਦਰ ਮੋਦੀ ਔਰ ਅਮਿਤ ਸ਼ਾਹ ਤਾਂ ਇੱਕ ਕਹਿ ਸਕਦੇ ਉਹਨਾਂ ਦੇ ਮੋਹਰੇ ਆ। ਜੋ ਉਹਨਾਂ ਨੇ ਕਹਿਤਾ, ਜੋ ਇਹਨਾਂ ਦੇ ਆਕਾਵਾਂ ਨੇ ਹੁਕਮ ਕਰ ਦਿੱਤਾ, ਇਹਨਾਂ ਨੇ ਉਸੇ ਤਰ੍ਹਾਂ ਚੱਲਣਾ। ਇਹ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਕਿਸਾਨੀ ਇੱਕ ਇਹੋ ਜਿਹੀ ਚੀਜ਼ ਰਹਿ ਗਈ ਆ, ਵੀ ਕਿਸਾਨੀ ਇੱਕ ਇਹੋ ਜਿਹਾ ਧੰਦਾ ਰਹਿ ਗਿਆ, ਅਗਰ ਅਸੀਂ ਅੱਜ ਉੱਤੇ ਵੀ ਕਬਜ਼ਾ ਕਰ ਲਈਏ ਤਾਂ ਸਾਡਾ ਸਾਰੇ ਮੁਲਕ 'ਤੇ ਕਬਜ਼ਾ ਹੋ ਜਾਏਗਾ। ਜਿੱਦਾਂ ਕਿਹਾ ਜਾਂਦਾ ਕਿ ਜੇ ਅਨਾਜ ਜਿਹੜੀ ਖਾਣ ਵਾਲੀ ਚੀਜ਼ 'ਤੇ ਜਦੋਂ ਕਬਜ਼ਾ ਹੋ ਗਿਆ ਤਾਂ ਪੂਰੇ ਦੇਸ਼ 'ਤੇ ਇੱਕ ਹਿਸਾਬ ਨਾਲ ਕਹਿ ਲਈਏ ਕਾਰਪੋਰੇਟ ਦਾ ਕਬਜ਼ਾ ਹੋਣ ਤੋਂ ਰੋਕੇ ਹੀ ਨਹੀਂ ਸਕਦਾ। ਬਿਲਕੁਲ ਬਿਲਕੁਲ, ਮੈਂ 100% ਸਹਿਮਤ ਹਾਂ ਜੀ ਤੁਹਾਡੀ ਇਸ ਗੱਲ। ਹੁਣ ਥੋੜ੍ਹੀ ਜਿਹੀ ਗੱਲਬਾਤ ਕਰਦੇ, ਜਿਹੜੇ ਦਰਸ਼ਕਾਂ ਦੇ ਸਵਾਲਾਤ ਆਏ ਸੀਗੇ। ਭਾਰਦਵਾਜ ਸਾਹਿਬ, ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਨੌਜਵਾਨਾਂ ਦੀ। ਨੌਜਵਾਨ ਮੁੰਡੇ ਕੁੜੀਆਂ ਜਿਹੜੇ 18 ਸਾਲ ਤੋਂ ਉੱਪਰ ਬਾਲਗ ਹੁੰਦੇ ਨੇ, ਜਦੋਂ ਆਪਣਾ ਕੁਆਲਿਟੀ ਟਾਈਮ ਸਪੈਂਡ ਕਰਨ ਦੇ ਲਈ, ਕਿਉਂਕਿ ਪਿਆਰ ਕਰਨਾ ਕੋਈ ਗੁਨਾਹ ਨਹੀਂ। ਹਾਲਾਂਕਿ ਦੱਸ ਦਈਏ, ਅਸੀਂ ਕੋਈ ਇਸ ਚੀਜ਼ ਨੂੰ ਬੜਾਵਾ ਨਹੀਂ ਦੇ ਰਹੇ। ਡਾਕ ਟੈਲੀਵਿਜ਼ਨ ਦੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ, ਅਸੀਂ ਕੋਈ ਬੜਾਵਾ ਨਹੀਂ ਦੇ ਰਹੇ। ਅਸੀਂ ਨਹੀਂ ਕਹਿੰਦੇ ਕਿ ਤੁਸੀਂ ਘੁੰਮੋ ਇਸ ਤਰ੍ਹਾਂ ਦੇ ਨਾਲ ਮਾਪਿਆਂ ਦੀ ਮਰਜ਼ੀ ਤੋਂ ਬਗੈਰ, ਪਰੰਤੂ ਸਵਾਲਾਤ ਸਾਨੂੰ ਆਏ ਸੀਗੇ ਤੇ ਕਾਨੂੰਨ ਦੀ ਗੱਲ ਕਰਨਾ ਜਿਹੜਾ ਜ਼ਰੂਰੀ ਹੈ ਕਿ ਸੰਵਿਧਾਨ ਆਖਰ ਸਾਨੂੰ ਹੱਕ ਕੀ ਦਿੰਦਾ, ਜਾਂ ਉਹਨਾਂ ਲੋਕਾਂ ਨੂੰ, ਉਹਨਾਂ ਨੌਜਵਾਨਾਂ ਨੂੰ ਹੱਕ ਕੀ ਦਿੰਦਾ। ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹੋਟਲਾਂ ਦੇ ਵਿੱਚ ਜਾਂਦੇ ਨੇ, ਰੂਮ ਦੇ ਵਿੱਚ ਜਾਂਦੇ ਨੇ, ਆਪਣੀ ਪ੍ਰਾਈਵੇਟ ਲਾਈਫ ਜੀਣਾ ਚਾਹੁੰਦੇ ਨੇ ਖੁੱਲ੍ਹ ਕੇ। ਕਈ ਵਾਰੀ ਮਾਪਿਆਂ ਨੂੰ ਵੀ ਪਤਾ ਹੁੰਦਾ ਇਸ ਗੱਲ ਦਾ, ਕਿਉਂਕਿ ਸਮਾਂ ਬਦਲ ਰਿਹਾ ਥੋੜ੍ਹਾ ਜਿਹਾ। ਹਾਲਾਂਕਿ ਸਾਡਾ ਕਲਚਰ ਜਿਹੜਾ ਸੱਭਿਆਚਾਰ ਕੁਛ ਹੋਰ ਸੀਗਾ, ਪਰ ਸਮੇਂ ਦੇ ਮੁਤਾਬਕ ਲੋਕ ਬਦਲ ਵੀ ਰਹੇ ਨੇ। ਅਤੇ ਕਿੱਦਾਂ ਦੇਖਦੇ ਉਹਨਾਂ ਦੇ ਕੀ ਹੱਕ ਨੇ? ਕਈ ਵਾਰੀ ਅਕਸਰ ਉੱਥੇ ਪੁਲਿਸ ਵੱਲੋਂ ਰੇਡ ਕਰ ਲਈ ਜਾਂਦੀ ਹੈ, ਅਤੇ ਫਿਰ ਕਈ ਵਾਰੀ ਕਿਸੇ ਇੱਕ ਦੋ ਸ਼ਖਸ ਵੱਲੋਂ ਉਹਨਾਂ ਦੀ ਵੀਡੀਓ ਬਣਾ ਕੇ ਜਿਹੜੀ ਆ ਵਾਇਰਲ ਕਰ ਦਿੱਤੀ ਜਾਂਦੀ ਹੈ। ਹਾਲਾਂਕਿ ਉਹ ਹੋਟਲ ਦੇ ਵਿੱਚ ਗਏ, ਦੁਹਰਾ ਦਿੰਦੇ ਹਾਂ, ਅਸੀਂ ਤਾਂ ਸਮਰਥਨ ਨਹੀਂ ਕਰਦੇ। ਔਰ ਦੂਸਰੀ ਚੀਜ਼ ਜਿਹੜੀ ਉਹਨਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਨੀ, ਇੱਕ ਤਾਂ ਉਹ ਪਹਿਲਾਂ ਹੀ ਕਿਤੇ ਨਾ ਕਿਤੇ ਗੁੰਮਰਾਹ ਹੋਏ, ਜਿਹਦੇ ਕਰਕੇ ਹੋਟਲ ਦੇ ਕਮਰੇ ਦੇ ਵਿੱਚ ਗਏ, ਕਿਉਂਕਿ ਹੋ ਸਕਦਾ ਫਰੈਂਡਲੀ ਮਾਹੌਲ ਘਰ ਦੇ ਵਿੱਚ ਨਹੀਂ ਮਿਲਿਆ, ਉਹਨਾਂ ਨੂੰ ਘਰਦਿਆਂ ਨੇ ਨਹੀਂ ਸਮਝਾਇਆ ਕਿ ਨਫੇ ਨੁਕਸਾਨ ਕੀ ਹੁੰਦੇ ਨੇ ਇਸ ਪਾਸੇ ਵੱਲ ਜਾਣ ਦੇ। ਅਤੇ ਜਦੋਂ ਹੋਟਲ ਦੇ ਵਿੱਚ ਗਏ ਨੇ, ਉੱਤੋਂ ਰੇਡ ਪੈ ਗਈ, ਉੱਤੋਂ ਉਹਨਾਂ ਦੀ ਵੀਡੀਓ ਬਣਾ ਕੇ ਉਹ ਵਾਇਰਲ ਹੋ ਗਈ। ਸਾਰੀ ਜ਼ਿੰਦਗੀ ਜਦ ਤੱਕ ਧਰਤੀ ਰਹਿਣੀ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਘੁੰਮਦੀ ਰਹਿੰਦੀ। ਉਹਨਾਂ ਦੇ ਕੀ ਬੀਤਦੀ ਹੋਊਗੀ ਪਰਿਵਾਰ 'ਤੇ ਤੇ ਉਹਨਾਂ ਨੌਜਵਾਨਾਂ ਦੇ ਉੱਤੇ ਉਸ ਵੇਲੇ? ਦੇਖੋ, ਅਗਰ ਦੋ ਬਾਲਗ ਵਿਅਕਤੀ, ਲੜਕਾ ਔਰ ਲੜਕੀ, ਕਿਸੇ ਹੋਟਲ ਦੇ ਵਿੱਚ ਕਮਰਾ ਲੈਂਦੇ ਆ ਤਾਂ ਉਹ ਬਿਲਕੁਲ ਵੀ ਗੈਰ ਕਾਨੂੰਨੀ ਨਹੀਂ ਹੈ। ਸਾਡੇ ਸੰਵਿਧਾਨ ਦੇ ਵਿੱਚ ਸਪੈਸ਼ਲੀ ਖਾਸ ਕਰਕੇ ਇਸ ਚੀਜ਼ ਦੇ ਲਈ ਇੱਕ ਪ੍ਰੋਵੀਜ਼ਨ ਦਿੱਤੀ ਗਈ ਹੈ, ਇੱਕ ਆਰਟੀਕਲ ਸੈਕਸ਼ਨ 19 ਕਲੌਜ਼ 1 ਸਬ ਕਲੌਜ਼ ਉਹਦੀ D ਆ, ਜਿਹਦੇ ਵਿੱਚ ਇਹ ਖਾਸ ਤੌਰ 'ਤੇ ਲਿਖਿਆ ਗਿਆ ਹੈ ਵੀ ਅਸੀਂ ਅਗਰ ਬਾਲਗ ਹਾਂ ਤਾਂ ਅਸੀਂ ਪੂਰੇ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਫਰੀਲੀ ਘੁੰਮ ਫਿਰ ਸਕਦੇ ਹਾਂ, ਕੋਈ ਰੋਕ ਟੋਕ ਨਹੀਂ ਸਾਡੇ 'ਤੇ। ਇਸੇ ਤਰ੍ਹਾਂ ਆਰਟੀਕਲ 21 ਜੋ ਸਾਡੀ ਪਰਸਨਲ ਲਾਈਫ ਐਂਡ ਲਿਬਰਟੀ ਦੇ ਨਾਲ ਆ, ਸਾਡੀ ਆਜ਼ਾਦੀ ਦੇ ਨਾਲ ਆ, ਜਿਹਦੇ ਮੁਤਾਬਕ ਅਸੀਂ ਜਿੱਥੇ ਮਰਜ਼ੀ ਆ ਜਾ ਸਕਦੇ ਹਾਂ, ਜਿੱਥੇ ਮਰਜ਼ੀ ਘੁੰਮ ਫਿਰ ਸਕਦੇ, ਸਾਨੂੰ ਕੋਈ ਰੋਕ ਨਹੀਂ ਸਕਦਾ। ਜੋ ਪੁਲਿਸ ਇਹਨਾਂ ਹੋਟਲਾਂ ਦੇ ਵਿੱਚ ਰੇਡ ਕਰਦੀ ਹੈ, ਪੁਲਿਸ ਨੂੰ ਇਸ ਤਰ੍ਹਾਂ ਰੇਡ ਕਰਨ ਦਾ ਕੋਈ ਹੱਕ ਨਹੀਂ ਉਦੋਂ ਤੱਕ ਜਦ ਤੱਕ ਉਸ ਹੋਟਲ ਦੇ ਖਿਲਾਫ ਸਪੈਸੀਫਿਕ ਐਲੀਗੇਸ਼ਨ ਲੱਗ ਕੇ ਕੋਈ ਉਹਨਾਂ ਦੇ ਕੋਲ ਕੰਪਲੇਂਟ ਨਾ ਆਈ ਹੋਵੇ। ਦੂਸਰੀ ਚੀਜ਼ ਇਹ ਵੀ ਹੈ ਤਾਂ ਹੋ ਗਈ ਕਿ ਜਿਹੜੇ ਬਾਲਗ ਮੁੰਡਾ ਕੁੜੀ ਅਣਵਿਆਹੇ, ਕਈ ਵਾਰੀ ਹੁੰਦਾ ਕਿ ਇੱਕ ਵਿਆਹਿਆ ਵਿਅਕਤੀ ਜਾਂ ਇੱਕ ਵਿਆਹੀ ਔਰਤ ਕਿਸੇ ਹੋਟਲ ਦੇ ਵਿੱਚ ਫੜੀ ਜਾਂਦੀ ਹੈ। ਫਿਰ ਦੁਹਰਾ ਦਿੰਦੇ ਅਸੀਂ ਕਿ ਅਸੀਂ ਇਹਦਾ ਸਮਰਥਨ ਨਹੀਂ ਕਰਦੇ, ਗਲਤ ਹੈ, ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ, ਆਪਣੇ ਪਰਿਵਾਰ ਦਾ ਧਿਆਨ ਕਰਨਾ ਚਾਹੀਦਾ, ਮਾਪਿਆਂ ਦਾ, ਬੱਚਿਆਂ ਦਾ, ਸਮਾਜ ਦਾ ਖਿਆਲ ਰੱਖਣਾ ਚਾਹੀਦਾ ਹੈ। ਪਰ ਉੱਥੇ ਰੇਡ ਹੋ ਜਾਂਦੀ ਹੈ। ਰੇਡ ਜਿਹੜੀ ਆ ਉਹਦਾ ਜੀਵਨ ਸਾਥੀ ਨਾਲ ਲੈ ਕੇ ਆਉਂਦਾ, ਕੁਝ ਮੋਹਤਵਾਰ ਬੰਦੇ ਤੇ ਨਾਲ ਪੁਲਿਸ, ਉਸ ਤੋਂ ਬਾਅਦ ਉਹਦੀ ਵੀ ਵੀਡੀਓ ਬਣ ਕੇ ਵਾਇਰਲ ਹੋ ਜਾਂਦੀ। ਉਹਦੇ ਕੀ ਹੱਕ ਨੇ? ਇੱਕ ਵਿਆਹੁਤਾ ਔਰਤ ਦੇ ਜਾਂ ਵਿਆਹੁਤਾ ਮਰਦ ਜੇ ਬਾਹਰ ਸੰਬੰਧ ਰੱਖਦਾ ਤਾਂ? ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਇੱਕ ਜੱਜਮੈਂਟ ਦੇ ਵਿੱਚ ਇਹ ਸਾਫ਼-ਸਾਫ਼ ਕਹੀ ਸੀ ਵੀ ਅਗਰ ਅਸੀਂ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਹਾਂ ਤਾਂ ਕੋਈ ਗੁਨਾਹ ਨਹੀਂ ਹੈ। ਆਰਟੀਕਲ 21 ਸੰਵਿਧਾਨ ਦਾ ਉਹ ਵੀ ਸਾਨੂੰ ਇਹੀ ਕਹਿੰਦਾ ਵੀ ਅਗਰ ਅਸੀਂ ਆਪਣੀ ਲਾਈਫ ਨੂੰ ਆਪਣੇ ਤਰੀਕੇ ਨਾਲ ਜੀਣਾ ਚਾਹੁੰਦੇ ਹਾਂ ਤਾਂ ਉਹ ਕੋਈ ਗੁਨਾਹ ਨਹੀਂ ਹੈ। ਨਾਲ ਇਹਦੇ ਨਾਲ ਇੱਕ ਜੁੜਿਆ ਸਵਾਲ ਇਹ ਵੀ ਹੈਗਾ ਕਿ ਜਦੋਂ ਘੁੰਮਣ ਜਾਂਦੇ ਨੇ ਇੱਕ ਨੌਜਵਾਨ ਲੜਕਾ ਲੜਕੀ ਜਾਂ ਇੱਕ ਔਰਤ ਤੇ ਮਰਦ, ਕਈ ਵਾਰੀ ਉਹਨੂੰ ਰੋਕ ਲਿਆ ਜਾਂਦਾ ਹੈ, ਕਈ ਵਾਰੀ ਚਲਾਨ ਵੀ ਹੋ ਜਾਂਦਾ ਹੈ। ਚਲਾਨ ਕਈ ਵਾਰੀ ਅਗਲੇ ਬੇਨਤੀ ਕਰਦੇ ਨੇ ਜਾਂ
ਆਮ ਵੀ ਅਸੀਂ ਪਰਿਵਾਰਕ ਵੀ ਗੱਲ ਕਰ ਲਈਏ, ਕਈ ਵਾਰੀ ਅਸੀਂ ਜਾਂਦੇ ਹਾਂ ਰਸਤੇ ਵਿੱਚ ਰੋਕਿਆ ਜਾਂਦਾ, ਚਲਾਨ ਕੀਤਾ ਜਾਂਦਾ, ਕਈ ਵਾਰੀ ਇਨਸਾਨ ਕਹਿੰਦਾ ਕਿ ਮੈਂ ਮੌਕੇ 'ਤੇ ਚਲਾਨ ਭੁਗਤ ਦਿੰਦਾ ਜੀ, ਠੀਕ ਹੈ ਮੈਂ ਗਲਤੀ ਕੀਤੀ ਹੈ, ਚਲਾਨ ਕਰਨਾ ਬਣਦਾ ਚਾਹੀਦਾ, ਕਿ ਐਗਰੀ ਕਰਦੇ ਨੇ ਲੋਕ। ਉਹਦਾ ਚਲਾਨ ਜਿਹੜਾ ਨਾ ਕਈ ਵਾਰੀ ਮੌਕੇ 'ਤੇ ਨਹੀਂ ਭੁਗਤਾਇਆ ਜਾਂਦਾ, ਉਹਦੇ ਕੋਲ ਉਹਨੂੰ ਕਿਹਾ ਜਾਂਦਾ ਕਿ ਤੈਨੂੰ ਕੋਰਟ ਦੇ ਵਿੱਚ ਤੇਰਾ ਚਲਾਨ ਕਰਾਂਗੇ, ਕੋਰਟ 'ਚ ਜਾਊਂਗਾ ਤੈਨੂੰ ਅਕਲ ਆਏਗੀ। ਇਸ ਅਜਿਹੇ ਬਹੁਤ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ। ਦੇਖੋ, ਅਗਰ ਅਸੀਂ ਮੋਟਰ ਵਹੀਕਲ ਐਕਟ ਦੇ ਥੱਲੇ ਜਾਈਏ ਤਾਂ ਸਾਡੇ ਕੋਲ ਅਗਰ ਸਾਡੇ ਕਾਗਜ਼ ਪੱਤਰ ਪੂਰੇ ਨੇ, ਮੇਰੇ ਕੋਲ ਡਰਾਈਵਿੰਗ ਲਾਇਸੈਂਸ ਆ, ਮੇਰੇ ਕੋਲ ਇੰਸ਼ੋਰੈਂਸ ਆ ਸਾਰਾ, ਤਾਂ ਪੁਲਿਸ ਮੇਰਾ ਚਲਾਨ ਨਹੀਂ ਕੱਟ ਸਕਦੀ। ਅਗਰ ਫਿਰ ਵੀ ਉਹ ਕਿਸੇ ਰੰਜਿਸ਼ ਦੇ ਤਹਿਤ ਜਾਂ ਕਿਸੇ ਹਿਊਮੀਲੇਟ ਕਰਨ ਲਈ ਜਾਂ ਬੇਇੱਜ਼ਤ ਕਰਨ ਦੇ ਚੱਕਰ ਦੇ ਵਿੱਚ ਸਾਡਾ ਚਲਾਨ ਕਰਦੇ ਆ, ਤਾਂ ਮੇਰੇ ਕੋਲ ਇਹ ਅਧਿਕਾਰ ਆ, ਮੈਂ ਉਸ ਚਲਾਨ ਨੂੰ ਕੋਰਟ ਦੇ ਵਿੱਚ ਚੈਲੰਜ ਕਰ ਸਕਦਾ। ਉਸ ਚਲਾਨ ਨੂੰ ਕੋਰਟ ਦੇ ਵਿੱਚ ਚੈਲੰਜ ਕਰਕੇ ਮੈਂ ਆਪਣਾ ਪੱਖ ਕੋਰਟ ਦੇ ਵਿੱਚ ਰੱਖ ਸਕਦਾ। ਇੱਕ ਚੀਜ਼ ਇਹ ਵੀ ਹੈ ਕਿ ਦੂਸਰੇ ਰਾਜ ਦੇ ਵਿੱਚ ਜਦੋਂ ਚਲਾਨ ਹੋ ਜਾਂਦਾ, ਬੰਦਾ ਹੋਰ ਘਬਰਾ ਜਾਂਦਾ ਕਿ ਮੈਂ ਹਿਮਾਚਲ ਘੁੰਮਣ ਗਿਆ ਸੀ, ਉੱਥੇ ਚਲਾਨ ਹੋ ਗਿਆ ਜੀ, ਮੈਂ ਦਿੱਲੀ ਗਿਆ ਸੀ, ਮੇਰਾ ਚਲਾਨ ਹੋ ਗਿਆ ਸੀ। ਉੱਥੇ ਅਗਲਾ ਸੋਚਦਾ ਕਿ ਮੈਂ ਯਾਰ ਜਾਂ ਤਾਂ ਰਿਸ਼ਵਤ ਦੇ ਦੇਵਾਂ, ਜਾਂ ਜਿੰਨੇ ਪੈਸੇ ਮੰਗਦੇ ਜਿੰਨੇ ਦਾ ਚਲਾਨ ਆ ਮੈਂ ਕਰਕੇ ਵਿਹਲਾ ਹੋਵਾਂ। ਕਈ ਵਾਰੀ 5-5 10-10 20-20 50-50 ਹਜ਼ਾਰ ਤੱਕ ਦੇ ਵੀ ਅਮਾਊਂਟ ਜਿਹੜੀ ਆ ਲੋਕਾਂ ਦੇ ਦੇਣ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਆਉਂਦੀਆਂ ਰਹਿੰਦੀਆਂ ਨੇ, ਹਾਲਾਂਕਿ ਉਹ ਸੱਚੀਆਂ ਝੂਠੀਆਂ ਨੇ, ਅਸੀਂ ਉਸ ਪਾਸੇ ਨਹੀਂ ਜਾਂਦੇ। ਉਹਨੂੰ ਕਿੱਦਾਂ ਦੇਖਦੇ ਹੋ? ਉੱਥੇ ਕੀ ਹੱਕ ਬਣ ਜਾਂਦੇ ਨੇ ਇੱਕ ਬੰਦੇ ਤੋਂ? ਕਿੱਥੇ ਸ਼ਿਕਾਇਤ ਕਰੇ, ਕਿੱਥੇ ਗੁਹਾਰ ਲਗਾਵੇ ਜੇ ਉਹਦਾ ਬਿਲਕੁਲ ਹੀ ਨਜਾਇਜ਼ ਚਲਾਨ ਹੁੰਦਾ ਦੂਜੇ ਰਾਜ ਦੇ ਵਿੱਚ? ਅਗਰ ਕਿਸੇ ਦੂਜੇ ਰਾਜ ਦੇ ਵਿੱਚ ਤੁਹਾਡਾ ਨਜਾਇਜ਼ ਚਲਾਨ ਹੁੰਦਾ, ਪਹਿਲੀ ਤਾਂ ਕੋਸ਼ਿਸ਼ ਇਹ ਕਰੋ ਵੀ ਉਹ ਦਿੱਤੇ ਗਏ ਪੈਸਿਆਂ ਦੀ ਉਹਨਾਂ ਦੇ ਕੋਲੋਂ ਰਸੀਦ ਮੰਗੋ, ਉਹਦੇ ਉੱਤੇ ਉਹਦੀ ਵੈਰੀਫਿਕੇਸ਼ਨ ਪਵਾਈ ਜਾਵੇ, ਉਸ ਆਫੀਸਰ ਦਾ ਨਾਮ ਲਿਖਿਆ ਜਾਵੇ, ਔਰ ਉਸ ਅਮਾਊਂਟ ਦਾ ਵੇਰਵਾ ਦਿੱਤਾ ਜਾਵੇ ਵੀ ਇਹ 50,000 ਜਾਂ 20,000 ਜਾਂ 30,000 ਇਹ ਮੈਂ ਕਿਸ ਜੁਰਮ ਦੀ ਨੇ, ਕਿਸ ਕਾਨੂੰਨ ਦੀ ਉਲੰਘਣਾ ਕੀਤੀ ਆ, ਜਿਹਦੇ ਏਵਜ਼ ਦੇ ਵਿੱਚ ਮੈਨੂੰ ਇਹ ਜੁਰਮਾਨਾ ਕਰ ਰਿਹਾ। ਉਹਨਾਂ ਦੇ ਕੋਲ ਸਾਡਾ ਅਧਿਕਾਰ ਆ, ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਇਸ ਦੇ ਉੱਤੇ ਲਿਖ ਕੇ ਦਿੱਤਾ ਜਾਵੇ ਸਾਨੂੰ ਵੀ ਇਹ ਕਾਹਦੇ ਪੈਸੇ ਕੱਟੇ ਗਏ। ਜਿਹੜੇ ਤੁਹਾਡੇ ਕੋਲ ਮਸਲੇ ਬਹੁਤ ਆਏ ਹੋਣਗੇ ਜਾਂ ਆਉਂਦੇ ਰਹਿੰਦੇ ਹੋਣਗੇ, ਜਿੱਥੇ ਬੰਦੇ ਨੂੰ ਆਪਣੀ ਰਿਸਪੈਕਟ ਦਾ ਵੀ ਲੱਗਦਾ ਕਿ ਮੇਰੀ ਕਿਤੇ ਰਿਸਪੈਕਟ ਨੂੰ ਵੀ ਹਿੱਟ ਕੀਤਾ ਗਿਆ, ਧੱਕੇ ਨਾਲ ਚਲਾਨ ਵੀ ਕਰਤਾ, ਮੇਰੇ ਕਾਗਜ਼ ਵੀ ਪੂਰੇ ਸੀ, ਬੈਲਟ ਵੀ ਲਾਈ ਸੀ, ਫਿਰ ਵੀ ਕਿਤੇ ਗਰਮਾ ਗਰਮੀ ਹੋ ਗਈ, ਚਲਾਨ ਹੋ ਗਿਆ, ਤਾਂ ਉੱਥੇ ਫਿਰ ਮਾਨਯੋਗ ਅਦਾਲਤਾਂ ਕੀ ਸਜ਼ਾ ਜਿਹੜੀਆਂ ਨੇ ਉਹ ਮਿਲਦੀਆਂ, ਜਿਹੜਾ ਜਿਹਦੇ ਖਿਲਾਫ ਸ਼ਿਕਾਇਤ ਜਿਹੜੀ ਦਿੱਤੀ ਜਾਂਦੀ? ਦੇਖੋ, ਇਹਦੇ ਬਾਰੇ ਮੈਂ ਛੇਤੀ ਹੀ ਮਾਨਯੋਗ SSP ਸਾਹਿਬ ਹੁਸ਼ਿਆਰਪੁਰ ਨੂੰ ਮਿਲ ਕੇ ਲਿਖਤੀ ਰੂਪ ਦੇ ਵਿੱਚ ਇੱਕ ਕੰਪਲੇਂਟ ਦੇਵਾਂਗਾ। ਮੇਰੇ ਧਿਆਨ ਦੇ ਵਿੱਚ ਵੀ ਬਹੁਤ ਮਾਮਲੇ ਆਏ, ਔਰ ਰਾਦਰ ਖੁਦ ਅਸੀਂ ਸਫ਼ਰ ਕਰਦੇ ਹੋਏ ਕਿਸੇ ਟਾਈਮ ਲੰਘਦੇ ਵੜਦੇ ਦਿਖੀਦਾ ਵੀ ਪੁਲਿਸ ਵਾਲੇ ਵਾਕਈ ਬਗੈਰ ਕਿਸੇ ਏਵਜ਼ ਤੋਂ, ਬਗੈਰ ਕਿਸੇ ਗੱਲਬਾਤ ਤੋਂ, ਜਿੱਥੇ ਦਿਲ ਕਰਦਾ ਨਾਕਾ ਲਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਮੈਂ ਬਹੁਤ ਦੇਖੇ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਦੋ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਖੜੇ ਹੁੰਦੇ ਨੇ, ਆਪਣੀ ਬਾਈਕ ਸਾਈਡ 'ਤੇ ਲਗਾ ਕੇ ਹੱਥ ਦੇ ਕੇ ਤਾਂ ਰੋਕੀ ਜਾ ਰਹੇ ਨੇ, ਅਤੇ ਚਲਾਨ ਧੜਾ ਧੜ ਕੱਟੀ ਜਾ ਰਹੇ ਨੇ। ਹਾਲਾਂਕਿ ਜਿਹੜਾ ਕੋਈ ਵੀ ਨਿਯਮਾਂ ਦੀ ਉਲੰਘਣਾ ਕਰਦਾ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ, ਉਹਦਾ ਚਲਾਨ ਜ਼ਰੂਰ ਹੋਣਾ ਚਾਹੀਦਾ, ਪਰੰਤੂ ਇਸ ਤਰ੍ਹਾਂ ਲੋਕਾਂ ਨੂੰ ਆਪਣੇ ਹੱਕ ਵੀ ਜ਼ਰੂਰ ਪਤਾ ਹੋਣੇ ਚਾਹੀਦੇ। ਪਿੱਛੇ ਜੇ DGP ਟ੍ਰੈਫਿਕ ਨੇ ਮੇਰੇ ਧਿਆਨ ਵਿੱਚ ਆਇਆ ਸੀ ਵੀ ਇੱਕ ਉਹਨਾਂ ਨੇ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਸੀ, ਜਿਸ ਮੁਤਾਬਕ ਟ੍ਰੈਫਿਕ ਪੁਲਿਸ ਦਾ ਕੰਮ ਚਲਾਨ ਕੱਟਣਾ ਨਹੀਂ ਹੈ। ਟ੍ਰੈਫਿਕ ਪੁਲਿਸ ਦਾ ਕੰਮ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚੱਲਦੇ ਰੱਖਣਾ ਹੈ, ਤਾਂ ਕਿ ਸ਼ਹਿਰ ਦੇ ਵਿੱਚ ਸੜਕ ਦੇ ਉੱਤੇ ਕਿਤੇ ਜਾਮ ਨਾ ਲੱਗੇ। ਇੱਕ ਭਾਰਦਵਾਜ ਸਾਹਿਬ, ਅਸੀਂ ਅਕਸਰ ਦੇਖਦੇ ਹਾਂ ਕਿ ਸ਼ਹਿਰ ਦੇ ਵਿੱਚ, ਆਪਣੇ ਸ਼ਹਿਰ ਦੀ ਗੱਲ ਕਰ ਲਈਏ ਅਸੀਂ, ਤਾਂ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਨੇ, ਚਾਹੇ ਉਹ ਅੰਦਰੂਨੀ ਨੇ ਚਾਹੇ ਬਾਹਰੀ ਨੇ, ਉੱਥੇ ਰੇਹੜੀ ਫੜੀ ਦਾ ਕਬਜ਼ਾ ਹੈ। ਉੱਥੇ ਦੁਕਾਨਦਾਰਾਂ ਨੇ 5-5 8-8 ਫੁੱਟ ਤੱਕ ਸਮਾਨ ਬਾਹਰ ਕੱਢ ਕੇ ਲਗਾਇਆ, ਸੜਕ ਛੋਟੀ ਜਿਹੀ ਹੋ ਗਈ, ਪਾਰਕਿੰਗ ਨੂੰ ਜਗ੍ਹਾ ਨਹੀਂ ਬਚਦੀ, ਲੋਕ ਆਪਣੇ ਵਾਹਨ ਸੜਕਾਂ ਦੇ ਕਿਨਾਰੇ ਲਾ ਕੇ ਕੱਲ੍ਹ ਸ਼ਾਮੀ ਵੀ ਬਹੁਤ ਵੱਡਾ ਪੂਰੇ ਸ਼ਹਿਰ ਦੇ ਵਿੱਚ ਜਾਮ ਲੱਗਾ ਰਿਹਾ, ਕਿਉਂਕਿ ਅੱਜ ਤੋਂ ਨਵਰਾਤਰਿਆਂ ਦੀ ਜਿਹੜੀ ਸ਼ੁਰੂਆਤ ਸੀ, ਖਰੀਦ ਫਰੋਖਤ ਕਰਨ ਦੇ ਲਈ ਲੋਕ ਪਿੰਡਾਂ ਤੋਂ ਦੂਰੋਂ ਨੇੜਿਓਂ ਆਏ ਹੋਏ ਸੀ। ਤਾਂ ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਕਿੱਥੇ ਲੋਕ ਸ਼ਿਕਾਇਤ ਕਰਨ? ਕਾਰਵਾਈ, ਲੋਕ ਜੇ ਕਿਸੇ ਨੇ ਬੈਲਟ ਨਹੀਂ ਲਾਈ ਉਹਦਾ ਚਲਾਨ ਹੋਣਾ ਵੀ ਚਾਹੀਦਾ, ਬਲਕਿ ਜੁਰਮਾਨੇ ਵੱਡੇ ਹੋਣੇ ਚਾਹੀਦੇ ਨੇ, ਪਰ ਉਸ ਟ੍ਰੈਫਿਕ ਜਾਮ ਦੇ ਲਈ ਜ਼ਿੰਮੇਵਾਰ ਕੋਈ ਤਾਂ ਹੋਵੇਗਾ, ਕੋਈ ਅਧਿਕਾਰੀ ਤਾਂ ਉਹਦੇ ਲਈ ਜ਼ਿੰਮੇਵਾਰ ਮੰਨਿਆ ਜਾਣਾ ਚਾਹੀਦਾ। ਉਹਨਾਂ 'ਤੇ ਕਾਰਵਾਈ ਅੱਜ ਤੱਕ ਕਦੀ ਸੁਣਿਆ ਨਹੀਂ। ਦੇਖੋ, ਇਹ ਜਿਹੜੀ ਕਾਰਵਾਈ ਆ, ਮੈਂ ਮੰਨਦਾ ਵੀ ਅਗਰ ਤੁਹਾਨੂੰ ਮਾਰਕੀਟ ਕਾਰਪੋਰੇਸ਼ਨ ਦੇ ਅੰਦਰ ਪੈਂਦੀ ਹੈ ਤਾਂ ਮੇਅਰ ਸਾਹਿਬ ਨੂੰ ਇਹਦੇ ਬਾਰੇ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ। ਉਹਨਾਂ ਨੂੰ ਪ੍ਰਸ਼ਾਸਨਿਕ ਤੌਰ ਦੇ ਉੱਤੇ ਇਸ ਚੀਜ਼ ਦੇ ਬਾਰੇ ਹਦਾਇਤਾਂ ਲਿਖਤੀ ਤੌਰ 'ਤੇ ਜਾਰੀ ਕਰਨੀਆਂ ਚਾਹੀਦੀਆਂ ਵੀ ਅਗਰ ਤਿਉਹਾਰਾਂ ਦੇ ਦਿਨਾਂ 'ਚ ਜਾਂ ਅੱਜ ਕੱਲ੍ਹ ਨਰਾਤਿਆਂ ਦੇ ਦਿਨਾਂ ਦੇ ਵਿੱਚ ਦੁਕਾਨਦਾਰ ਨੇ ਦੁਕਾਨਦਾਰੀ ਕਰਨੀ ਹੈ, ਅਤੇ ਉਹਨੂੰ ਇੱਕ ਇਹ ਨਹੀਂ ਹੱਕ ਦਿੱਤਾ ਆ ਵੀ ਤੁਸੀਂ ਸੜਕੇ ਘੇਰ ਲਓ ਸਾਰੀ। ਉਹਨਾਂ ਨੂੰ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਕੇ ਚਲਾਨ ਕਰਵਾਉਣੇ ਚਾਹੀਦੇ। ਅਤੇ ਜੇਕਰ ਫਿਰ ਵੀ ਟ੍ਰੈਫਿਕ ਜਾਮ ਲੱਗਦੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਸੰਬੰਧਿਤ ਜਿਹੜਾ ਵੀ ਵਿਭਾਗ ਦਾ ਅਫਸਰ ਅਧਿਕਾਰੀ ਆ, ਉਹਦੇ 'ਤੇ ਵੀ ਚਲਾਨ ਕਰਨੇ ਚਾਹੀਦੇ ਨੇ, ਉਹਦੇ 'ਤੇ ਵੀ ਕਾਰਵਾਈ ਹੋਣੀ ਚਾਹੀਦੀ, ਇੱਕ ਮਿਸਾਲ ਕਾਇਮ ਕਰਨੀ ਚਾਹੀਦੀ? ਹਾਲਾਂਕਿ ਇੱਦਾਂ ਦਾ ਅਸੀਂ ਕਦੀ ਬਹੁਤ ਘੱਟ ਸੁਣਦੇ ਦੇਖਦੇ ਹਾਂ, ਪਰ ਇਸ ਤਰ੍ਹਾਂ ਦਾ ਜੇ ਹੋਵੇ ਤਾਂ ਇੱਕ ਦੇਸ਼ ਦਾ ਬਦਲਾਅ ਤਾਂ ਹੀ ਹੋਵੇਗਾ। ਦੇਖੋ, ਸਾਡੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਇਹ ਕਿਹਾ ਆ ਵੀ ਮੈਂ ਰਿਸ਼ਵਤਖੋਰੀ ਜਿਹੜੀ ਆ ਖ਼ਤਮ ਕਰ ਦੇਣੀ ਆ, ਮੈਂ ਮਤਲਬ ਗਰਾਊਂਡ ਲੈਵਲ ਤੋਂ ਸਟਾਰਟ ਕਰੂੰਗਾ। ਔਰ ਉਹਨਾਂ ਨੇ ਮੇਰਾ ਖਿਆਲ ਕੋਈ ਆਪਣਾ ਫ਼ੋਨ ਨੰਬਰ ਵੀ ਸ਼ਾਇਦ ਕਿਤੇ ਵਾਇਰਲ ਕੀਤਾ ਸੀਗਾ ਵੀ ਮੈਨੂੰ ਇਸ ਨੰਬਰ 'ਤੇ ਕਾਲ ਕਰੋ। ਪਰ ਇਹ ਜਿਹੜੀਆਂ ਛੋਟੀਆਂ ਚੀਜ਼ਾਂ ਆ, ਦੁਕਾਨਦਾਰਾਂ ਵੱਲੋਂ ਸੜਕਾਂ 'ਤੇ ਕਬਜ਼ੇ ਕਰਨੇ, ਰੇਹੜੀਆਂ ਫੜੀਆਂ ਲਾਉਣੀਆਂ, ਰਿਸ਼ਵਤਖੋਰੀ ਅਸਲ ਦੇ ਵਿੱਚ ਸਟਾਰਟ ਹੀ ਇੱਥੋਂ ਹੁੰਦੀ ਹੈ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਚਰਨਜੀਤ ਸਿੰਘ ਚੰਨੀ ਨੂੰ ਵੀ ਇਹ ਅਪੀਲ ਕਰੂੰਗਾ ਵੀ ਸ਼ਹਿਰਾਂ ਦੇ ਵਿੱਚ ਨਿਕਲਣ, ਛੋਟਿਆਂ ਸ਼ਹਿਰਾਂ ਦੇ ਵਿੱਚ ਨਿਕਲ ਕੇ ਦੇਖਣ ਵੀ ਰਿਸ਼ਵਤਖੋਰੀ ਸ਼ੁਰੂ ਕਿੱਥੋਂ ਹੁੰਦੀ। ਵਾਕਈ ਇਹਨਾਂ ਦਿਨਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਰਸ਼ ਆ, ਰੇਹੜੀਆਂ ਫੜੀਆਂ ਸੜਕਾਂ 'ਤੇ ਲੱਗੀਆਂ ਹੋਈਆਂ ਆ,
ਅਗਰ ਇਹਨਾਂ ਨੂੰ ਤੁਸੀਂ ਅੱਜ ਚੁਕਾ ਦੋਗੇ, ਕੱਲ੍ਹ ਇਹਨਾਂ ਨੇ ਫਿਰ ਉੱਥੇ ਲਾ ਲੈਣੀਆਂ। ਇਹਦੇ ਪਿੱਛੇ ਦੀ ਜੜ੍ਹ ਨੂੰ ਫੜਨਾ ਚਾਹੀਦਾ ਵੀ ਕੀ ਹੈ ਇਹਦੀ ਜੜ੍ਹ। ਵੱਡੇ ਵੱਡੇ ਸਵਾਲ ਨੇ। ਭਾਰਦਵਾਜ ਸਾਹਿਬ ਨੇ ਵੀ ਗੱਲ ਕੀਤੀ ਆ, ਅਕਸਰ ਸਮੇਂ-ਸਮੇਂ ਤੇ ਪ੍ਰਸ਼ਾਸਨ ਵੱਲੋਂ, ਸੰਬੰਧਿਤ ਵਿਭਾਗਾਂ ਵੱਲੋਂ ਕਾਰਵਾਈ ਵੀ ਕੀਤੀ ਜਾਂਦੀ ਹੈ, ਪਰੰਤੂ ਦੇਖਿਆ ਜਾਂਦਾ ਕਿ ਅੱਜ ਕਾਰਵਾਈ ਹੋਈ ਹੈ, ਸੜਕ ਬਹੁਤ ਖੁੱਲੀ ਲੱਗਣ ਲੱਗਦੀ ਹੈ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਚੰਡੀਗੜ੍ਹ ਜਾਂ ਬੰਬੇ ਜਾਂ ਟੋਰਾਂਟੋ ਬਣ ਗਿਆ ਹੋਵੇ ਸ਼ਹਿਰ। ਕੋਈ ਵੀ ਕਿਸੇ ਦੀ ਵੀ ਗੱਲ ਕਰ ਲਈਏ ਤਾਂ ਦੂਸਰੇ ਜਾਂ ਤੀਸਰੇ ਦਿਨ ਹਾਲਾਤ ਫਿਰ ਉੱਥੇ ਹੀ ਆ ਜਾਂਦੇ ਨੇ। ਵੱਡੀ ਗੱਲ ਕੀਤੀ ਹੈ ਭਾਰਦਵਾਜ ਸਾਹਿਬ ਨੇ ਕਿ ਜੜ ਕੀ ਹੈ, ਕਿਉਂ ਰੇਹੜੀਆਂ ਫੜੀਆਂ ਦੁਕਾਨਦਾਰਾਂ ਦਾ ਕਬਜ਼ਾ ਮੁੜ ਕੇ ਹੋ ਜਾਂਦਾ, ਉਹਦੇ ਪਿੱਛੇ ਕੌਣ ਹੈ, ਉਹਦੀ ਜਿਹੜੀ ਆ ਜ਼ਰੂਰ ਜਾਂਚ ਹੋਣੀ ਚਾਹੀਦੀ ਹੈ। ਭਾਰਦਵਾਜ ਸਾਹਿਬ ਗੱਲਬਾਤ ਕਰ ਲਈ। ਅੱਜ ਕੱਲ੍ਹ ਬਹੁਤ ਸਾਰੇ ਮਸਲੇ ਜਿਹੜੇ ਨੇ ਮਨੀਸ਼ਾ ਗੁਲਾਟੀ ਜੀ ਕੋਲ ਵੀ ਪਹੁੰਚ ਰਹੇ ਨੇ, ਤੁਹਾਡੇ ਕੋਲ ਵੀ ਆਉਂਦੇ ਹੋਣਗੇ। ਘਰਾਂ ਦੇ ਵਿੱਚ ਡਿਸਪਿਊਟ ਦੇ, ਹਸਬੈਂਡ ਵਾਈਫ ਦੇ ਅਕਸਰ ਛੋਟੀਆਂ ਗੱਲਾਂ ਦੇ ਤਕਰਾਰ ਜਿਹੜੇ ਨੇ ਉਹ ਅਦਾਲਤਾਂ ਜਾਂ ਥਾਣਿਆਂ ਦਾ ਰੁਖ ਉਹਨਾਂ ਨੂੰ ਕਰਨਾ ਪੈ ਜਾਂਦਾ ਨਾ। ਕੀ ਤੁਹਾਡੇ ਤਜਰਬੇ ਨੇ, ਕਿੱਥੋਂ ਇਹ ਕਲਾ ਕਲੇਸ਼ ਦੀ ਸ਼ੁਰੂਆਤ ਹੁੰਦੀ ਲੱਗਦੀ ਹੈ? ਜੋ ਅੱਜ ਦੇ ਸਮੇਂ ਦੇ ਵਿੱਚ ਅਦਾਲਤਾਂ ਦੇ ਵਿੱਚ 80% ਕੇਸ ਜਿਹੜੇ ਮੈਟਰੀਮੋਨੀਅਲ ਡਿਸਪਿਊਟ ਆ, ਉਹਦੇ ਪਿੱਛੇ ਇੱਕ ਜਿਹੜੀ ਜੋ ਮੈਂ ਸਮਝਦਾ ਆ ਮੇਨ ਜੜ ਆ, ਉਹ ਹੈ ਮੋਬਾਈਲ। ਇੱਕ ਸਮਾਂ ਹੁੰਦਾ ਸੀ ਜਦੋਂ ਝਗੜਾ ਹੁੰਦਾ ਸੀ ਤੀਵੀਂ ਆਦਮੀ ਦਾ, ਤੇ ਘਰ ਤੱਕ ਗੱਲ ਜਾਂਦਿਆਂ ਮਾਂ-ਬਾਪ ਤੱਕ ਲੜਕੀ ਦੇ 2-3 ਦਿਨ ਲੱਗ ਜਾਂਦੇ ਸੀ। ਉਦੋਂ ਤੱਕ ਉਹ ਮਸਲਾ ਵੈਸੇ ਹੀ ਆਪਣੇ ਆਪ 'ਚ ਠੰਡਾ ਹੋ ਜਾਂਦਾ ਸੀ। ਅੱਜ ਲੋਕਾਂ ਦੇ ਵਿੱਚ ਠਹਿਰਾਓ ਹੈ ਨਹੀਂ, ਪੇਸ਼ੈਂਸ ਹੈ ਨਹੀਂ, ਚਾਹੇ ਉਹ ਲੜਕਾ ਚਾਹੇ ਉਹ ਲੜਕੀ ਆ, ਮਿੰਟ ਦੇ ਵਿੱਚ ਟੈਲੀਫੋਨ ਮੋਬਾਈਲ ਚੱਕਦੇ ਆ, ਸਾਰੇ ਪਾਸੇ ਘੁਮਾ ਦਿੰਦੇ ਆ। ਔਰ ਮੇਨ ਜਿਹੜੀ ਬੁਨਿਆਦੀ ਜੜ ਇਸ ਟਾਈਮ ਲੜਾਈ ਝਗੜੇ ਦੀ ਹਸਬੈਂਡ ਵਾਈਫ ਦੇ ਵਿੱਚ ਉਹ ਮੋਬਾਈਲ। ਮਨੀਸ਼ਾ ਗੁਲਾਟੀ ਜੀ ਨੇ ਇੱਕ ਦਿਨ ਗੱਲ ਕੀਤੀ ਸੀਗੀ, ਬਹੁਤ ਵਧੀਆ ਗੱਲ ਕੀਤੀ ਸੀ ਉਹਨਾਂ ਨੇ ਕਿ ਮਸਲੇ ਛੋਟੇ ਹੀ ਨੇ, ਕੁਝ ਵੱਡੇ ਮਸਲੇ ਹੋ ਸਕਦੇ ਨੇ, ਪਰ ਜ਼ਿਆਦਾਤਰ ਜਿਹੜੇ ਬਹੁਤਾਤ ਦੇ ਵਿੱਚ ਮਸਲੇ ਛੋਟੀਆਂ ਲੜਾਈਆਂ ਨੇ, ਕਿ ਕੋਈ ਬਹੁਤ ਵੱਡੇ ਮਸਲੇ ਨਹੀਂ। ਅਤੇ ਉਹਨਾਂ ਦੇ ਲਈ ਜਿਹੜਾ ਆ ਕਿਤੇ ਨਾ ਕਿਤੇ ਉਹਨਾਂ ਨੇ ਦੱਸਿਆ ਕਿ ਈਗੋ ਜਿਹੜੀ ਆ ਉਹ ਵੱਡਾ ਕਾਰਨ ਬਣ ਜਾਂਦੀ, ਕਿਉਂਕਿ ਮੁੰਡਾ ਵੀ ਝੁਕਣਾ ਨਹੀਂ ਚਾਹੁੰਦਾ, ਕੁੜੀ ਵੀ ਜਿਹੜੀ ਆ ਉਹਦੇ ਅੱਗੇ ਝੁਕਣਾ ਨਹੀਂ ਚਾਹੁੰਦੀ। ਉਹਨਾਂ ਨੂੰ ਇੱਕ ਲੱਗਦਾ ਕਿ ਮੇਰੀ ਬੇਇੱਜ਼ਤੀ ਹੋ ਜਾਊਗੀ ਜੇ ਅਸੀਂ ਝੁਕ ਗਏ। ਜੇ ਦੋਹਾਂ ਧਿਰਾਂ ਦੇ ਵਿੱਚ ਕੋਈ ਇੱਕ ਵੀ ਨੀਵਾਂ ਹੋ ਜਾਂਦਾ ਤਾਂ ਮੇਰੇ ਖਿਆਲ ਮਸਲਾ ਉੱਥੇ ਹੀ ਠੰਡਾ ਹੋ ਜਾਊਗਾ। ਇਹੋ ਜਿਹੇ ਮਸਲਿਆਂ ਦੇ ਵਿੱਚ ਆਮ ਤੌਰ 'ਤੇ ਮੈਂ ਦੇਖਿਆ, ਅਗਰ ਅਸੀਂ ਬੱਚਿਆਂ ਦੀ ਬੈਕ 'ਤੇ ਜਾ ਕੇ ਸਪੋਰਟ ਕਰਦੇ ਹਾਂ, ਜਿੱਦਾਂ ਲੜਕੀ ਫਰਜ਼ ਕਰ ਲਓ, ਲੜਕੀ ਉਹਦੇ ਮਾਂ-ਬਾਪ ਉਹਦੀ ਸਪੋਰਟ ਕਰਦੇ ਪਏ, ਅਸੀਂ ਤੇਰੇ ਨਾਲ ਆ, ਤੂੰ ਫਿਕਰ ਨਾ ਕਰ, ਅਦਾਲਤ ਵਿੱਚ ਕਰ ਲਾਂਗੇ। ਇਸੇ ਤਰ੍ਹਾਂ ਲੜਕੇ ਦਾ ਅਗਰ ਇਹਨਾਂ ਚੀਜ਼ਾਂ 'ਤੇ ਥੋੜ੍ਹੀ ਜਿਹੀ ਠੱਲ ਪਾਈ ਜਾਵੇ, ਉਹਨਾਂ ਨੂੰ ਬੈਠ ਕੇ ਹਸਬੈਂਡ ਵਾਈਫ ਨੂੰ ਬੈਠ ਕੇ ਆਪਣਾ ਮਸਲਾ ਹੱਲ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਛੇਤੀ ਹੱਲ ਹੋ ਜਾਏਗਾ। ਦਾਜ ਦੇ ਮਾਮਲੇ ਬਹੁਤ ਜਿਹੜੇ ਨੇ ਉਹ ਸੁਣਨ ਪੜ੍ਹਨ ਨੂੰ ਦੇਖਣ ਨੂੰ ਮਿਲਦੇ ਰਹਿੰਦੇ ਨੇ, ਅਖਬਾਰਾਂ 'ਚ, TV 'ਤੇ, ਰੇਡੀਓ 'ਤੇ, ਜਾਂ ਅਸੀਂ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਦੇਖਦੇ ਹਾਂ। ਬਹੁਤ ਸਾਰੇ ਮਾਮਲੇ ਜਿਹੜੇ ਨੇ ਉਹ ਸੱਚੇ ਵੀ ਹੁੰਦੇ ਨੇ, ਪਰੰਤੂ ਕਈ ਵਾਰੀ ਅਸੀਂ ਨਿੱਜੀ ਜ਼ਿੰਦਗੀ 'ਚ ਆਪਣੇ ਆਲੇ ਦੁਆਲੇ ਝਾਤ ਮਾਰੀਏ, ਇੱਦਾਂ ਦਾ ਵੀ ਹੁੰਦਾ ਕਿ ਮੁੰਡੇ ਦਾ ਪਰਿਵਾਰ ਲੈਂਡਲੋਰਡ ਹੈ, ਘਰ 2-3 ਗੱਡੀਆਂ ਵੀ ਖੜੀਆਂ, ਕੋਠੀ ਹੈ, ਜ਼ਮੀਨ ਹੈ, ਉਹਦੇ 'ਤੇ ਦੋਸ਼ ਫਿਰ ਲਗਾ ਦਿੱਤੇ ਜਾਂਦੇ ਨੇ ਕਿ ਇਹ ਜੀ ਦਾਜ ਮੰਗਦੇ ਆ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਵੀ ਅਗਰ ਲੜਕੀ ਵੱਲੋਂ ਕੰਪਲੇਂਟ ਦਿੱਤੀ ਜਾਂਦੀ ਹੈ ਸਹੁਰੇ ਪਰਿਵਾਰ ਦੇ ਖਿਲਾਫ, ਤਾਂ ਉਹਦੀ ਡੂੰਘਾਈ ਦੇ ਨਾਲ, ਗਹਿਨਤਾ ਦੇ ਨਾਲ ਜਾਂਚ ਕਰਕੇ ਪਰਚਾ ਦਰਜ ਕੀਤਾ ਜਾਵੇ। ਬਹੁਤ ਸਾਰੇ ਪਰਚੇ ਜਿਹੜੇ ਆ ਉਹ ਅਦਾਲਤ ਦੇ ਵਿੱਚ ਦਾਜ ਦਹੇਜ ਦੀ ਮੰਗ ਦੇ ਪੈਂਡਿੰਗ ਪਏ ਆ, ਔਰ ਜਿਸ ਟਾਈਮ ਉਹਨਾਂ ਦਾ ਫੈਸਲਾ ਹੁੰਦਾ ਆ ਤੇ 90% ਕੇਸਾਂ ਦੇ ਵਿੱਚ ਉਹ ਬੰਦੇ ਬਰੀ ਹੁੰਦੇ ਆ। ਉਹਦੇ ਨਾਲ ਇੱਕ ਕੀ ਹੋ ਰਿਹਾ, ਇੱਕ ਤਾਂ ਪੁਲਿਸ ਮੁਲਾਜ਼ਮ ਉਹਨਾਂ ਦਾ ਵੀ ਟਾਈਮ ਬਹੁਤ ਜ਼ਿਆਦਾ ਖਪਤ ਹੋ ਰਿਹਾ, ਕਿਉਂਕਿ ਉਹਨਾਂ ਨੇ ਜਿਸ ਟਾਈਮ ਇੱਕ ਵਾਰ ਪਰਚਾ ਦੇ ਦਿੱਤਾ, ਮੁੜ ਕੇ ਉਹਦਾ ਚਲਾਨ ਪੇਸ਼ ਕਰਨਾ, ਗਵਾਹੀਆਂ ਆਉਣੀਆਂ, ਅਦਾਲਤ ਦੇ ਵਿੱਚ 4-5 ਸਾਲ ਸੌਖੇ ਲੰਘ ਜਾਂਦੇ, ਲੜਕੀ ਪੱਖ ਦੇ ਵੀ ਔਰ ਲੜਕੇ ਪੱਖ ਦੇ ਵੀ। ਸਮਾਂ ਵੀ ਖਰਾਬ ਹੁੰਦਾ, ਪੈਸਾ ਵੀ ਖਰਾਬ ਹੁੰਦਾ, ਔਰ ਬਾਅਦ ਦੇ ਵਿੱਚ ਉਹ ਕੇਸ ਦੇ ਵਿੱਚੋਂ ਜਿਸ ਟਾਈਮ ਪਰਿਵਾਰ ਬਰੀ ਹੋ ਜਾਂਦਾ ਤਾਂ ਉਹ ਸਮਾਜ ਦੇ ਵਿੱਚ ਆਪਣੇ ਆਪ ਨੂੰ ਇੱਕ ਬੇਇੱਜ਼ਤ ਹੋਇਆ ਥੋੜ੍ਹਾ ਜਿਹਾ ਮਹਿਸੂਸ ਕਰਦਾ ਵੀ ਮੈਂ 5 ਸਾਲ ਬਗੈਰ ਕਿਸੇ ਮਤਲਬ ਤੋਂ ਆਹ ਮੁਕੱਦਮਾ ਭੁਗਤਿਆ। ਸੋ ਪੁਲਿਸ ਪ੍ਰਸ਼ਾਸਨ ਨੂੰ ਵੀ ਮੇਰੀ ਬੇਨਤੀ ਹੈ ਵੀ ਇਹਨਾਂ ਮੁਕੱਦਮਿਆਂ ਦੇ ਲਈ ਸਪੈਸ਼ਲਿਸਟ, ਚਾਹੇ ਉਹ ਵਕੀਲ ਅਪੁਆਇੰਟ ਕਰਨ, ਸਰਕਾਰ ਵਕੀਲ ਅਪੁਆਇੰਟ ਕਰੇ, ਚਾਹੇ ਕੋਈ ਖਾਸ ਅਫਸਰ ਜਿਨ੍ਹਾਂ ਨੂੰ ਲਾਅ ਦੀ ਪ੍ਰੋਪਰ ਨੌਲੇਜ ਹੋਵੇ, ਉਹ ਇਹਦੀ ਗਹਿਨਤਾ ਦੇ ਨਾਲ ਜਾਂਚ ਕਰਨ ਤੋਂ ਬਾਅਦ ਹੀ ਪਰਚਾ ਦਰਜ ਕਰਨ। ਕਈ ਕੇਸਾਂ ਦੇ ਵਿੱਚ ਭਾਰਦਵਾਜ ਸਾਹਿਬ ਦੇਖਣ ਨੂੰ ਮਿਲਦਾ ਕਿ ਬੰਦਾ ਜਦੋਂ ਨਿਆਂ ਨਹੀਂ ਮਿਲਦਾ, ਅਦਾਲਤ, ਮਾਨਯੋਗ ਅਦਾਲਤਾਂ ਦਾ ਰੁਖ ਕਰਨਾ ਚਾਹੁੰਦਾ, ਪਰੰਤੂ ਉਹਦੇ ਕੋਲ ਹੈਸੀਅਤ ਨਹੀਂ, ਉਹਦੇ ਕੋਲ ਪੈਸੇ ਨਹੀਂ, ਉਹ ਕੀ ਕਰੇ? ਉਹਦੇ ਕੋਲ ਆਪਸ਼ਨ ਇੱਕ ਹੀ ਬਚਦਾ, ਸਰਕਾਰੀ ਵਕੀਲ। ਪਰ ਬਹੁਤੇ ਲੋਕਾਂ ਨੂੰ ਤਸੱਲੀ ਨਹੀਂ ਆਉਂਦੀ, ਉਹ ਕਹਿੰਦੇ ਨਹੀਂ ਜੀ ਅਸੀਂ ਪ੍ਰਾਈਵੇਟ ਵਕੀਲ ਕਰਨਾ ਚਾਹੁੰਦੇ ਸੀ, ਪੈਸੇ ਹੈ ਨਹੀਂ, ਇਸ ਕਰਕੇ ਸਰਕਾਰੀ ਵਕੀਲ ਕਰ ਲਿਆ, ਤਾਂ ਕੇਸ ਜਿਹੜਾ ਹੈ ਹੱਥੋਂ ਨਿਕਲਦਾ ਗਿਆ ਤੇ ਮੁੜ ਕੇ ਨਿਕਲ ਗਿਆ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਦੇਖੋ, ਪੰਜਾਬ ਸਰਕਾਰ ਨੇ ਮਾਨਯੋਗ ਹਾਈ ਕੋਰਟ ਨੇ ਜ਼ਿਲ੍ਹਾ ਪੱਧਰ ਦੇ ਉੱਤੇ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਡੈਸਕ ਸਥਾਪਿਤ ਕੀਤੇ ਹੋਏ ਆ, ਜਿਸ ਦੇ ਚੇਅਰਮੈਨ ਮੈਡਮ ਸਾਡੇ ਸੈਸ਼ਨ ਜੱਜ ਸਾਹਿਬ ਹੁੰਦੇ ਨੇ, ਔਰ ਤੁਸੀਂ ਉਹਨਾਂ ਦੇ ਕੋਲ ਅਪਰੋਚ ਕਰਕੇ, ਅਗਰ ਤੁਹਾਡੇ ਕੋਲ ਵਕੀਲ ਕਰਨ ਦੇ ਲਈ ਪੈਸੇ ਨਹੀਂ ਹੈਗੇ, ਤੁਸੀਂ ਪ੍ਰਾਈਵੇਟ ਤੌਰ 'ਤੇ ਵਕੀਲ ਨਹੀਂ ਖੜਾ ਕਰ ਸਕਦੇ, ਤੁਸੀਂ ਉਹਨਾਂ ਦੇ ਕੋਲ ਜਾ ਕੇ ਇੱਕ ਫਾਰਮ ਭਰਿਆ ਜਾਂਦਾ, ਉਹ ਤੁਹਾਨੂੰ ਵਕੀਲ ਆਪਣੇ ਪੱਧਰ 'ਤੇ ਸਰਕਾਰ ਪ੍ਰੋਵਾਈਡ ਕਰਵਾ ਕੇ ਦਿੰਦੀ ਹੈ।
ਯਾਨੀ ਜਿੱਦਾਂ ਇੱਕ ਸਾਡੀ ਮਾਨਸਿਕਤਾ ਬਣ ਗਈ ਹੈ ਕਿ ਅਸੀਂ ਥੋੜ੍ਹੇ ਜਿਹੇ ਪੈਸੇ ਵਾਲਾ ਬੰਦਾ ਜਾਂ ਮਿਡਲ ਕਲਾਸ ਬੰਦਾ ਸੋਚਦਾ ਨਹੀਂ ਮੈਂ ਸਰਕਾਰੀ ਹਸਪਤਾਲ 'ਚ ਨਹੀਂ ਜਾਣਾ, ਮੈਂ ਪ੍ਰਾਈਵੇਟ 'ਚ ਜਾਣਾ। ਹਾਲਾਂਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਬਹੁਤ ਵੱਡਾ ਤਜਰਬਾ ਹੁੰਦਾ ਉਹਨਾਂ ਦੇ ਕੋਲ, ਅਤੇ ਬੜੀਆਂ ਸਸਤੀਆਂ ਦਵਾਈਆਂ ਅਤੇ ਸਸਤੇ ਜਿਹੇ ਟੈਸਟ ਲਿਖਦੇ ਨੇ। ਉਸੇ ਤਰ੍ਹਾਂ ਹੀ ਇੱਧਰ ਵੀ ਕਿਹਾ ਜਾ ਸਕਦਾ ਕਿ ਮਾਈਂਡ ਸੈਟਅਪ ਹੋ ਗਿਆ ਕਿ ਨਹੀਂ ਸਰਕਾਰੀ ਵਕੀਲ ਤੋਂ ਸਾਨੂੰ ਤਸੱਲੀ ਨਹੀਂ, ਪ੍ਰਾਈਵੇਟ ਵਕੀਲ ਹੀ ਕਰਨਾ ਪਊਗਾ। ਹਾਂ, ਇਹ ਥੋੜ੍ਹੀ ਜਿਹੀ ਸਾਡੀ ਮਾਨਸਿਕਤਾ ਦੀ ਪ੍ਰੋਬਲਮ ਆ ਵੀ ਅਸੀਂ ਸੋਚਦੇ ਹਾਂ ਵੀ ਨਹੀਂ, ਅਗਰ ਮੈਂ ਆਪਣਾ ਵਕੀਲ ਕਰ ਲਵਾਂਗਾ ਤਾਂ ਸ਼ਾਇਦ ਮੇਰਾ ਕੇਸ ਜਿਹੜਾ ਆ ਉਹਦੇ ਵਿੱਚ ਜ਼ਿਆਦਾ ਕੇਸ ਤਾਂ ਲੜਿਆ ਜਾਣਾ ਤੱਥਾਂ ਦੇ ਆਧਾਰ 'ਤੇ, ਕਾਨੂੰਨ ਦੇ ਆਧਾਰ 'ਤੇ, ਕਾਗਜ਼ਾਂ ਦੇ ਆਧਾਰ 'ਤੇ, ਨਾ ਕਿ ਇਸ ਚੀਜ਼ ਨੂੰ ਮੋਹਰੇ ਰੱਖ ਕੇ ਵੀ ਮੈਂ ਵਕੀਲ ਸਰਕਾਰੀ ਕਰ ਲਿਆ। ਸਰਕਾਰੀ ਵਕੀਲ ਨੇ ਵੀ ਉਹੀ ਕਾਨੂੰਨ ਪੜ੍ਹੇ ਆ ਜਿਹੜੇ ਪ੍ਰਾਈਵੇਟ ਵਕੀਲ ਨੇ ਪੜ੍ਹੇ। ਇਹ ਸਿਰਫ ਸਾਡੀ ਮਾਨਸਿਕਤਾ ਆ ਥੋੜ੍ਹੀ ਜਿਹੀ ਵੀ ਅਸੀਂ ਇਸ ਚੀਜ਼ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ ਵੀ ਨਹੀਂ ਅਸੀਂ ਪ੍ਰਾਈਵੇਟ ਵਕੀਲ ਕਰ ਲਈਏ ਅਤੇ ਸਾਡਾ ਫਾਇਦਾ ਜ਼ਿਆਦਾ ਹੋਏਗਾ। ਜਾਂਦੇ ਜਾਂਦੇ ਸਵਾਲ ਕਰਾਂਗੇ, ਇੱਕ ਜ਼ਰੂਰੀ ਜਿਹੜਾ ਆ ਸਾਡੇ ਦਰਸ਼ਕਾਂ ਨੇ ਪੁੱਛਿਆ ਸੀ ਕਿ ਲੜਕੀ ਅਕਸਰ ਹੁੰਦਾ ਕਿ ਦਹੇਜ ਦਾ ਕਹਿ ਦਿੱਤਾ ਕਿ ਮੇਰੇ ਕੋਲ ਦਹੇਜ ਮੰਗਦਾ ਮੇਰਾ ਸਹੁਰਾ ਪਰਿਵਾਰ, ਜਾਂ ਕੋਈ ਹੋਰ ਦੋਸ਼ ਲਗਾ ਦਿੱਤੇ। ਲੜਕਾ ਪਰਿਵਾਰ ਕੋਰਟ ਕਚਹਿਰੀਆਂ ਦੇ ਚੱਕਰ ਕੱਟਦਾ। ਬਹੁਤ ਸਾਰੇ ਪਹਿਲਾਂ ਵੀ ਜ਼ਿਕਰ ਕੀਤਾ ਸੱਚੇ ਵੀ ਮਾਮਲੇ ਹੁੰਦੇ ਨੇ, ਪਰ ਕਈ ਵਾਰੀ ਜਿਹੜੇ ਨੇ ਝੂਠੇ ਇਲਜ਼ਾਮਾਤ ਵੀ ਹੁੰਦੇ ਨੇ। ਖੈਰ ਉਹਦੇ ਲਈ ਵੱਖਰੇ ਕਾਨੂੰਨ ਹੋਣਗੇ, ਉਹਦੇ 'ਤੇ ਨਹੀਂ ਜਾਵਾਂਗੇ। ਮੁੰਡਾ ਕੀ ਕਰੇ ਜੇਕਰ ਮੁੰਡੇ ਦੇ ਨਾਲ ਧੱਕਾ ਹੁੰਦਾ, ਜੇ ਇੱਕ ਵਿਆਹੇ ਨੌਜਵਾਨ ਨਾਲ ਧੱਕਾ ਹੁੰਦਾ, ਉਹਨੂੰ ਇੱਕ ਜਿਹੜੀ ਉਹਦੀ ਵਾਈਫ ਆ ਉਹ ਡਰਾਉਂਦੀ ਹੈ ਕਿ ਮੈਂ ਤੈਨੂੰ ਅਕਲ ਦੇ ਦਊਂਗੀ, ਮੈਂ ਤੈਨੂੰ ਦਿਖਾਊਂਗੀ, ਮੈਂ ਤੈਨੂੰ ਤਾਰੇ ਦਿਖਾ ਦਊਂਗੀ, ਮੈਂ ਤੈਨੂੰ ਕੋਰਟ ਕਚਹਿਰੀਆਂ ਦੇ ਚੱਕਰ ਲਾਊਂਗੀ, ਤੇਰੇ 'ਤੇ ਮੈਂ ਕੇਸ ਕਰ ਦਊਂਗੀ, ਤੈਨੂੰ ਅਕਲ ਆ ਜਾਊਗੀ, ਸਾਰੇ ਉਹਨੂੰ ਮੈਂ ਜੇਲ੍ਹ ਬਣਾ ਦੂੰਗੀ। ਇਸ ਤਰ੍ਹਾਂ ਦੀਆਂ ਧਮਕੀਆਂ ਅਕਸਰ ਵੀ ਮਾਮਲੇ ਤੁਹਾਡੇ ਕੋਲ ਆਉਂਦੇ ਰਹਿੰਦੇ ਹੋਣਗੇ। ਮੁੰਡਾ ਕੀ ਕਰੇ ਅਤੇ ਮੁੰਡੇ ਦੇ ਲਈ ਕੀ ਕਾਨੂੰਨ ਨੇ ਮਰਦ ਦੇ ਪੱਖ ਦੇ ਵਿੱਚ? ਦੇਖੋ, ਜਿੱਦਾਂ ਇਹ ਤਾਂ ਬਹੁਤ ਸਵਾਲ ਜਿਹੜਾ ਤੁਸੀਂ ਪੁੱਛਿਆ ਵੀ ਸਮਾਂ ਜਿਹੜਾ ਸਾਡਾ ਆ, ਜੋ ਸਾਡਾ ਮੁਲਕ ਆ, ਇਹਦੇ ਵਿੱਚ ਇਹ ਇੱਕ ਸ਼ੁਰੂ ਤੋਂ ਹੀ ਜਿਹੜੀ ਹੈ ਨਾ, ਇਹ ਮਤਲਬ ਰਹੀ ਆ ਵੀ ਕਾਨੂੰਨ ਜਿਹੜੇ ਆ ਜ਼ਿਆਦਾਤਰ ਔਰਤਾਂ ਦੇ ਪੱਖ ਵਿੱਚ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਇੱਥੇ ਮਰਦਾਂ ਨੂੰ ਜਾਂ ਨੀਚਾ ਦਿਖਾ ਰਿਹਾ ਜਾਂ ਔਰਤਾਂ ਦੀ ਬਹੁਤ ਜ਼ਿਆਦਾ ਜਿਹੜੀ ਫੇਵਰ ਕਰ ਰਿਹਾ। ਲੜਕੇ ਨੂੰ ਵੀ ਚਾਹੀਦਾ ਵੀ ਉਹ ਬਿਲਕੁਲ ਨਿਧੜਕ ਹੋ ਕੇ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖ ਕੇ, ਅਗਰ ਤੁਹਾਡੇ ਉੱਤੇ ਕੋਈ ਝੂਠਾ ਕੇਸ ਪੈ ਵੀ ਗਿਆ ਤਾਂ ਉਹਦੀ ਡੂੰਘਾਈ ਦੇ ਨਾਲ ਉਹਦੇ ਮਗਰ ਚੱਲ ਕੇ ਉਹਨੂੰ ਕੇਸ ਨੂੰ ਝਗੜੋ, ਲੜੋ। ਅੰਤ ਦੇ ਵਿੱਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆਪੇ ਹੋ ਜਾਏਗਾ। ਯਾਨੀ ਡੋਲਣ ਨਾ, ਡਰਨ ਨਾ ਅਤੇ ਵਹਿਮ ਨਾ ਕਰਨ ਕਿ ਮੇਰੇ 'ਤੇ ਪਤਾ ਨਹੀਂ ਕੀ ਹੋ ਜਾਣਾ। ਜੇਕਰ ਉਹਨੂੰ ਲੱਗਦਾ ਕਿ ਧੱਕਾ ਹੋ ਰਿਹਾ ਤਾਂ ਉਹ ਮਾਨਯੋਗ ਅਦਾਲਤਾਂ ਦਾ, ਨਿਆਂ ਪ੍ਰਣਾਲੀ 'ਤੇ ਭਰੋਸਾ ਰੱਖ ਕੇ ਉਹਦੀ ਸਹਾਇਤਾ ਲੈ ਸਕਦਾ। ਅਤੇ ਜਾਂਦੇ ਜਾਂਦੇ ਭਾਰਦਵਾਜ ਸਾਹਿਬ, ਇੱਕ ਦਰਸ਼ਕ ਪੁੱਛ ਰਹੇ ਸੀ, ਕਹਿੰਦੇ ਵੀ ਮੈਂ ਕੈਨੇਡਾ ਜਾ ਕੇ ਆਇਆ। ਅਕਸਰ ਇੱਥੇ ਜਿਹੜੇ ਅਸੀਂ ਨਹੀਂ ਲੋਕ ਜਾਂਦੇ ਤਾਂ ਕਿੱਸੇ ਸੁਣਦੇ ਰਹਿੰਦੇ ਹਾਂ ਜਾਂ ਵੀਡੀਓਜ਼ ਦੇਖਦੇ ਰਹਿੰਦੇ ਹਾਂ। ਉੱਥੇ ਕੋਈ ਕ੍ਰਾਈਮ ਕਰਦਾ ਹੈ ਅਤੇ ਉੱਥੇ ਕੋਰਟ ਦੇ ਵਿੱਚ ਬੁਲਾਇਆ ਜਾਂਦਾ, ਦੋਹਾਂ ਧਿਰਾਂ ਨੂੰ ਪੁੱਛਿਆ ਜਾਂਦਾ, 1 ਜਾਂ 2 ਤਰੀਕਾਂ 'ਤੇ ਕੰਮ ਨਿਬੜ ਜਾਂਦਾ। ਇੱਥੇ ਸਾਲੋਂ ਸਾਲ ਬੰਦੇ ਦੀ ਉਮਰ ਲੰਘ ਜਾਂਦੀ। ਕਈ ਕੇਸਾਂ ਦੇ ਵਿੱਚ ਤਾਂ ਬੰਦੇ ਦੀ ਮੌਤ ਹੀ ਹੋ ਜਾਂਦੀ ਹੈ ਅਤੇ ਮਾਮਲਾ ਲਟਕਦਾ ਹੀ ਰਹਿੰਦਾ। ਕੀ ਕਾਰਨ ਮੰਨਦੇ ਹੋ ਕਿ ਇਹ ਪ੍ਰੋਸੈਸ ਇੰਨੇ ਲੰਬੇ ਕਿਉਂ ਹੁੰਦੇ ਨੇ? ਇਹ ਪ੍ਰੋਸੈਸਰ ਥੋੜ੍ਹਾ ਲੰਬੇ ਹੋਣ ਦਾ ਕਾਰਨ ਇਹ ਵੀ ਹੈ ਵੀ ਸਾਡੇ ਮੁਲਕ ਦੇ ਵਿੱਚ ਜੁਡੀਸ਼ੀਅਲ ਆਫੀਸਰਸ ਦੀ ਹਲੇ ਬਹੁਤ ਵੱਡੀ ਘਾਟ ਆ। ਸਰਕਾਰਾਂ ਆ ਜਾਂਦੀਆਂ, ਸਰਕਾਰਾਂ ਚਲੀਆਂ ਜਾਂਦੀਆਂ, ਇਸ ਪਾਸੇ ਵੱਲ ਕੋਈ ਧਿਆਨ ਨਹੀਂ ਜਾਂਦਾ। ਸਰਕਾਰਾਂ ਨੂੰ ਚਾਹੀਦਾ ਆ ਵੀ ਇਹਨਾਂ ਨੂੰ ਬਕਾਇਦਾ ਇੱਕ ਇਹਨਾਂ ਦੇ ਲਈ ਅਥਾਰਟੀ ਗਠਨ ਕੀਤੀ ਜਾਵੇ, ਜੋ ਸਮੇਂ ਦੇ ਉੱਤੇ ਲੋੜ ਦੇ ਮੁਤਾਬਕ ਹਰ ਸਾਲ ਦੇ ਵਿੱਚ ਜੁਡੀਸ਼ੀਅਲ ਆਫੀਸਰਸ ਨੂੰ ਭਰਤੀ ਕਰੇ, ਤਾਂ ਜੋ ਜਿੰਨੇ ਪੈਂਡਿੰਗ ਕੇਸ ਪਏ ਆ ਉਹਨਾਂ ਦੀ ਜਿਹੜੀ ਆ ਪੈਂਡੈਂਸੀ ਖਤਮ ਹੋ ਸਕੇ। ਬੱਚਿਆਂ ਨੂੰ ਵੀ ਲੱਗਦਾ ਕਿ ਮਾਪਿਆਂ ਨੂੰ ਵੀ ਬੱਚਿਆਂ ਨੂੰ ਜਿਹੜਾ ਆ ਥਾਪੜਾ ਦੇ ਕੇ ਇੱਥੇ ਪੜ੍ਹਾ ਲਿਖਾ ਕੇ ਜਿੱਥੇ ਵੱਖ-ਵੱਖ ਖੇਤਰਾਂ ਦੇ ਵਿੱਚ ਉੱਧਰ ਇਸ ਪਾਸੇ ਵੀ ਲਿਆਉਣ ਦੀ ਲੋੜ ਹੈ, ਤਾਂ ਹੀ ਜਿਹੜਾ ਸੁਧਾਰ ਲੋਕਾਂ ਦੇ ਵੀ ਸਹਿਯੋਗ ਦੀ ਜਾਂ ਜਿਹੜੀ ਆ ਪਹਿਲ ਕਰਨ ਦੀ ਲੋੜ ਹੈ। ਕਿਉਂਕਿ ਅੱਜ ਕੱਲ੍ਹ ਤਾਂ ਇਹੀ ਹੋ ਗਿਆ ਵੀ 10ਵੀਂ 'ਚ ਬੱਚਾ ਹੁੰਦਾ ਉਹਨੂੰ ਇਹ ਕਹਿਣਾ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਮਾਪੇ, ਪੁੱਤ ਔਖਾ ਸੌਖਾ 12 ਕਰ ਲਾ, ਭਾਵੇਂ 33 ਨੰਬਰ ਹੀ ਲੈ ਕੇ ਪਾਸ ਹੋ ਜਾ, ਕੈਨੇਡਾ ਤੈਨੂੰ ਭੂਆ ਕੋਲ ਭੇਜੀਏ, ਲੰਡਨ ਭੇਜੀਏ ਜਾਂ ਤੈਨੂੰ ਯੂਰਪ ਭੇਜੀਏ। ਲੋਕ ਇਸ ਪਾਸੇ ਨਹੀਂ ਸੋਚਦੇ ਕਿ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਬਦਲਾਅ ਦੀਆਂ ਗੱਲਾਂ ਹਰ ਕੋਈ ਕਰਦਾ, ਬਦਲਾਅ ਹਰ ਕੋਈ ਚਾਹੁੰਦਾ, ਖੁਦ ਨੂੰ ਬਦਲਣਾ ਕੋਈ ਨਹੀਂ ਚਾਹੁੰਦਾ। ਇਹਨਾਂ ਚੀਜ਼ਾਂ ਦੇ ਵਿੱਚ ਮੈਂ ਸਮਝਦਾ ਸਾਡੀਆਂ ਸਰਕਾਰਾਂ ਦੀ ਬਹੁਤ ਵੱਡੇ ਪੱਧਰ 'ਤੇ ਨਲਾਇਕੀ ਆ। ਅਗਰ ਸਾਡੀਆਂ ਸਰਕਾਰਾਂ ਹੀ ਇੱਧਰ ਰੁਜ਼ਗਾਰ ਦੇ ਸਾਧਨ ਪੈਦਾ ਕਰੇ, ਲਿਆਕਤ ਦੇ ਹਿਸਾਬ ਨਾਲ, ਤਜਰਬੇ ਦੇ ਹਿਸਾਬ ਨਾਲ, ਪੜ੍ਹਾਈ ਦੇ ਹਿਸਾਬ ਨਾਲ, ਅਗਰ ਇੱਧਰ ਹੀ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਹੋਣ ਤਾਂ ਬਾਹਰ ਕੋਈ ਵੀ ਨਹੀਂ ਜਾਣਾ ਚਾਹੁੰਦਾ। ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਅੱਜ ਦੇ ਸਮੇਂ ਦੇ ਵਿੱਚ ਮੈਂ ਦੇਖਿਆ ਉਨੇ ਸਕੂਲਾਂ ਕਾਲਜਾਂ ਦੇ ਵਿੱਚੋਂ ਬੱਚੇ ਨਹੀਂ ਨਿਕਲਦੇ ਜਿੰਨੇ ਆਈਲੈਟ ਸੈਂਟਰ ਦੇ ਬਾਹਰੋਂ ਨਿਕਲਦੇ ਆ। ਜਿਸ ਟਾਈਮ ਤੁਸੀਂ ਕਿਤੇ ਨਿਕਲ ਕੇ ਦੇਖੋ ਛੁੱਟੀ ਹੁੰਦੀ ਹੈ। ਅੱਜ ਦੇ ਸਮੇਂ ਦੇ ਵਿੱਚ ਸਾਡਾ ਪੰਜਾਬ, ਸਾਡਾ ਮੁਲਕ, ਸਾਡੇ ਭਾਰਤ 'ਚੋਂ ਪੈਸਾ ਅਤੇ ਜਵਾਨੀ ਬਹੁਤ ਭਾਰੀ ਮਾਤਰਾ ਦੇ ਵਿੱਚ ਇੱਧਰੋਂ ਜਿਹੜੀ ਆ ਵਿਦੇਸ਼ ਜਾ ਰਹੀ ਆ। ਇਹਦਾ ਆਉਣ ਵਾਲੇ 10-12 ਸਾਲਾਂ ਦੇ ਵਿੱਚ ਸਾਨੂੰ ਪਤਾ ਲੱਗ ਜਾਏਗਾ ਵੀ ਅਸੀਂ ਕਿੱਥੇ ਖੜ੍ਹੇ ਹਾਂ। ਸਾਨੂੰ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪਏਗਾ ਅਗਰ ਸਰਕਾਰਾਂ ਨੇ ਸਮਾਂ ਰਹਿੰਦੇ ਹੋਏ ਇਸ ਚੀਜ਼ 'ਤੇ ਨੱਥ ਨਾ ਪਾਈ, ਇੱਥੇ ਲੋਕਾਂ ਨੂੰ ਨਾ ਰੋਕਿਆ, ਇੱਥੇ ਲੋਕਾਂ ਲਈ ਰੁਜ਼ਗਾਰ ਦੇ ਸਾਧਨ ਨਾ ਮੁਹੱਈਆ।
ਤਾਂ ਧੰਨਵਾਦ ਤੁਹਾਡਾ ਭਾਰਦਵਾਜ ਸਾਹਿਬ, ਬਹੁਤ-ਬਹੁਤ ਸਮਾਂ ਕੱਢਣ ਦੇ ਲਈ। ਤਾਂ ਸਾਡੇ ਨਾਲ ਸ਼ਮਸ਼ੇਰ ਸਿੰਘ ਭਾਰਦਵਾਜ ਉੱਘੇ ਸਮਾਜ ਸੇਵਕ ਅਤੇ ਸੀਨੀਅਰ ਵਕੀਲ ਸੀ, ਜਿਨ੍ਹਾਂ ਨਾਲ ਅਸੀਂ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ। ਤੁਹਾਡੇ ਬਹੁਤ ਸਾਰੇ ਸਵਾਲ ਜਿਹੜੇ ਸਾਨੂੰ ਇਨਬਾਕਸ ਦੇ ਰਾਹੀਂ ਜਾਂ ਵੱਖ-ਵੱਖ ਮਾਧਿਅਮਾਂ ਦੇ ਰਾਹੀਂ ਆਏ ਹੋਏ ਸੀ, ਉਹਨਾਂ 'ਤੇ ਗੱਲਬਾਤ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਖ-ਵੱਖ ਮੁੱਦਿਆਂ ਦੇ ਉੱਤੇ ਭਾਰਦਵਾਜ ਸਾਹਿਬ ਨਾਲ ਗੱਲਾਂ ਬਾਤਾਂ ਕਰਾਂਗੇ। ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਲੈਣ ਦੀ ਸਮੇਂ-ਸਮੇਂ 'ਤੇ ਕੋਸ਼ਿਸ਼ ਕਰਾਂਗੇ। ਸਾਡੀ ਇਹ ਕੋਸ਼ਿਸ਼ ਕਿਹੋ ਜਿਹੀ ਰਹੀ ਇਹ ਵੀ ਜ਼ਰੂਰ ਦੱਸਣਾ। ਨਾਲ ਦੀ ਨਾਲ ਇੱਕ ਵਾਰੀ ਫਿਰ ਤੋਂ ਦੁਹਰਾਉਂਦੇ ਜਾਈਏ, ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਡਾਕ ਟੈਲੀਵਿਜ਼ਨ ਦੀ ਪੂਰੀ ਟੀਮ ਵੱਲੋਂ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਸ਼ੀਸ਼ੇ ਵਾਂਗੂ ਕਿ ਅਸੀਂ ਨੌਜਵਾਨਾਂ ਨੂੰ ਭਟਕਣ ਦੇ ਰਾਹ 'ਤੇ ਚੱਲਣ ਦੇ ਲਈ ਬਿਲਕੁਲ ਵੀ ਪ੍ਰੇਰਿਤ ਨਾ ਕਦੇ ਕੀਤਾ, ਨਾ ਕਰਾਂਗੇ। ਮਾਪਿਆਂ ਨੂੰ ਵੀ ਅਪੀਲ ਹੈ ਕਿ ਉਹ ਜ਼ਰੂਰ ਆਪਣੇ ਬੱਚਿਆਂ ਨਾਲ ਘਰ ਦੇ ਵਿੱਚ ਮਿੱਤਰਾਂ ਵਾਲਾ ਫਰੈਂਡ ਜਿਹੜਾ ਉਸ ਤਰ੍ਹਾਂ ਦਾ ਮਾਹੌਲ, ਫਰੈਂਡਲੀ ਮਾਹੌਲ ਜਿਹੜਾ ਆ ਉਹ ਜ਼ਰੂਰ ਸਿਰਜਣ, ਤਾਂ ਕਿ ਉਹਨਾਂ ਨੂੰ ਕਿਹੜੇ ਰਾਹ 'ਤੇ ਚੱਲਣਾ ਹੈ, ਪੜ੍ਹਾਈ ਕਿੱਥੇ ਕਰਨੀ ਹੈ, ਕਿਹੜੇ ਪਾਸੇ ਚੱਲਣਾ ਹੈ, ਅਤੇ ਇਸ਼ਕ ਮੁਸ਼ਕ ਤੋਂ ਕਿਵੇਂ ਦੂਰ ਰੱਖ ਕੇ ਉਹਨਾਂ ਨੂੰ ਇੱਕ ਚੰਗਾ ਇਨਸਾਨ ਬਣਾਉਣਾ ਹੈ, ਇੱਜ਼ਤਦਾਰ ਇਨਸਾਨ ਬਣਾਉਣਾ ਹੈ, ਸਮਾਜ ਨੂੰ ਸੇਧ ਦੇ ਸਕਣ, ਇਸ ਤਰ੍ਹਾਂ ਦੇ ਆਪਣੇ ਬੱਚਿਆਂ ਨੂੰ ਬਣਾਉਣਾ ਹੈ। ਉਸ ਦੇ ਲਈ ਮਾਪਿਆਂ ਦਾ ਵੱਡਾ ਰੋਲ ਹੈ। ਜਦੋਂ ਮਾਪੇ ਬੱਚਿਆਂ ਤੋਂ ਦੂਰੀ ਬਣਾ ਕੇ ਰੱਖਦੇ ਨੇ, ਉਹਨਾਂ ਨੂੰ ਗੱਲ-ਗੱਲ ਦੇ ਉੱਤੇ ਘੂਰੀ ਵੱਟਦੇ ਨੇ, ਤਾਂ ਸਖਤੀ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਬੱਚੇ ਭਟਕਦਿਆਂ ਨੂੰ ਸਮਾਂ ਨਹੀਂ ਲੱਗਦਾ। ਫਿਲਹਾਲ ਦੇ ਲਈ ਕੈਮਰਾ ਪਰਸਨ ਚੇਤਨ ਸਿੰਘ ਸਲੇਮਪੁਰ ਦੇ ਨਾਲ ਮੈਨੂੰ ਯਾਨੀ ਗੋਬਿੰਦਜੀਤ ਸਿੰਘ ਨੂੰ ਦਿਓ ਇਜਾਜ਼ਤ। ਦੁਬਾਰਾ ਮਿਲਾਂਗੇ ਡਾਕ ਟੈਲੀਵਿਜ਼ਨ 'ਤੇ ਨਵੀਂ ਜਾਣਕਾਰੀ ਦੇ ਨਾਲ, ਨਵੀਆਂ ਖਬਰਾਂ ਦੇ ਨਾਲ। ਤੁਸੀਂ ਜੁੜੇ ਰਹੋ ਡਾਕ ਟੈਲੀਵਿਜ਼ਨ ਨਾਲ। ਪੇਜ ਨੂੰ ਲਾਈਕ ਅਤੇ ਸਬਸਕ੍ਰਾਈਬ ਜੇਕਰ ਹਾਲੇ ਤੱਕ ਤੁਸੀਂ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਅਤੇ ਲਾਈਕ ਵਾਲਾ ਬਟਨ ਦੱਬ ਲੈਣਾ। ਧੰਨਵਾਦ।